ਭਾਈ ਬਲਦੇਵ ਸਿੰਘ ਜੀ ਵਡਾਲਾ ਹੁਣੀ ਜੁੜ ਚੁੱਕੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ ਹਰਪਾਲ ਭੱਲਾ ਹੁਣਾਂ ਨੇ। ਤੁਸੀਂ ਘਰ ਖਰੀਦਣਾ, ਵੇਚਣਾ ਜਾਂ ਬ੍ਰੋਕਰੇਜ ਜੁਆਇਨ ਕਰਨੀ ਜੀ, ਰਾਇਲ ਲੀ ਪੇਜ ਤੇ ਕਾਲ ਕਰ ਸਕਦੇ ਹੋ 416 560 2400 ਤੇ। ਕਮਰਸ਼ੀਅਲ ਬਿਲਡਿੰਗ ਲੈਣੀ ਆ, ਗੈਸ ਸਟੇਸ਼ਨ ਲੈਣਾ ਤਾਂ ਵੀ, ਜੇ ਮੌਂਟਰੀਅਲ ਦੇ ਵਿੱਚ IPTV ਬਾਕਸ ਲਵਾਉਣਾ ਜੀ 5145660055 514 566 0055 ਤੇ ਕਾਲ ਕਰ ਸਕਦੇ ਹੋ। ਆਪਣੇ ਨਾਲ ਭਾਈ ਬਲਦੇਵ ਸਿੰਘ ਜੀ ਵਡਾਲਾ ਜੁੜ ਚੁੱਕੇ ਨੇ, ਜਿਹੜੀ ਪੰਥਕ ਸਭਾ ਦੇ ਵਿੱਚ ਬੜਾ ਸਨਮਾਨ ਆ ਜੀ ਇਹਨਾਂ ਦੀ। ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਤੇ ਚੰਗੀ ਅਵੇਅਰਨੈਸ ਲਿਆਉਣ ਲਈ ਬੜੇ ਹਮੇਸ਼ਾ ਤਤਪਰ ਰਹਿੰਦੇ ਨੇ। ਆਪਾਂ ਉਹਨਾਂ ਦਾ ਟੋਰਾਂਟੋ ਦੀ ਧਰਤੀ ਦੇ ਉੱਤੇ BTN 24 ਤੇ ਨਿੱਘਾ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਇੰਨੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਜੀ, ਪਹਿਲਾਂ ਤੇ ਤੁਹਾਡਾ ਧੰਨਵਾਦ ਆ। ਤੇ ਜਿਹੜੇ ਮੁੱਦੇ ਜਿਹੜੇ ਇਸ ਟਾਈਮ ਪੰਥਕ ਮੁੱਦੇ ਆ ਉਹ ਬਹੁਤ ਜ਼ਿਆਦਾ ਆ। ਸਭ ਤੋਂ ਪਹਿਲਾਂ ਜਿਹੜਾ ਮੇਨ ਮੁੱਦਾ ਜੀ ਉਹ ਹੈਗਾ ਇਸ ਟਾਈਮ, ਆਪਾਂ ਉਹ ਵੀ ਗੱਲਬਾਤ ਕਰਾਂਗੇ, ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਜਿਹੜੇ ਉਹ ਗੁੰਮ ਹੋਏ, ਹਾਲੇ ਤੱਕ ਲੱਭੇ ਨਹੀਂ, ਕਿਹਨੂੰ ਦਿੱਤੇ ਗਏ, ਕਿਹਨੂੰ ਵੇਚੇ ਗਏ, ਕੀ ਕੀਤਾ ਗਿਆ, ਉਸ ਵਿਸ਼ੇ ਤੇ ਵੀ ਗੱਲਬਾਤ ਕਰਦੇ ਹਾਂ। ਪਰ ਇੱਕ ਹੋਰ ਨਵਾਂ ਮੁੱਦਾ ਖੜਾ ਹੋ ਗਿਆ ਜੀ, ਜਿਹੜਾ ਰਾਮ ਦੇ ਨਾਂ ਤੇ ਜਿਹੜੀਆਂ ਇੱਟਾਂ ਬਣਾ ਕੇ ਤੇ ਉਹ ਸ੍ਰੀ ਦਰਬਾਰ ਸਾਹਿਬ ਜਾਣੀ ਕਿ ਉੱਥੇ ਲਾਈਆਂ ਜਾ ਰਹੀਆਂ, ਉਹ ਕਿੱਥੇ ਲਾਈਆਂ ਜਾ ਰਹੀਆਂ, ਕਿੱਦਾਂ ਆ? ਕਿਉਂਕਿ ਕਈ ਵਾਰੀ ਇਦਾਂ ਹੁੰਦਾ ਜੀ, ਲੰਮਾ ਸਮਾਂ ਪਾ ਕੇ 20-40 ਸਾਲਾਂ ਬਾਅਦ ਉਹ ਇੱਟਾਂ ਕੱਢ ਕੇ ਮੁੜ ਕੇ ਕਹਿ ਦੇਣਗੇ ਜੀ ਇੱਥੇ ਰਾਮ ਜੰਮਿਆ ਸੀਗਾ, ਇਹ ਰਾਮ ਦੀ ਜਨਮ ਭੂਮੀ ਆ। ਤੇ ਸ੍ਰੀ ਦਰਬਾਰ ਸਾਹਿਬ ਨੂੰ ਮੁੜ ਕੇ ਕਹਿਣਗੇ ਜੀ ਇਹ ਤਾਂ ਰਾਮ ਮੰਦਿਰ ਆ। ਜਿਸ ਤਰ੍ਹਾਂ ਬਾਬਰੀ ਮਸਜਿਦ ਢਾਹ ਕੇ ਉੱਥੇ ਮੂਰਤੀਆਂ ਰੱਖੀਆਂ ਗਈਆਂ, ਪਹਿਲਾਂ ਸਾਰਾ ਕੁਝ ਕੀਤਾ ਗਿਆ, ਫਿਰ ਸੁਪਰੀਮ ਕੋਰਟ ਦੇ ਕੋਲੋਂ ਆਪਣੇ ਜੱਜਾਂ ਦੇ ਕੋਲੋਂ ਇਹ ਫੈਸਲਾ ਕਰਵਾਇਆ ਗਿਆ, ਕੱਲ ਨੂੰ ਸਾਡੇ ਤੇ ਵੀ ਉਹੀ ਤਲਵਾਰ ਲਟਕ ਰਹੀ ਆ ਜੀ। ਭਾਈ ਬਲਦੇਵ ਸਿੰਘ ਜੀ, ਇਹ ਜਿਹੜਾ ਇੱਟਾਂ ਵਾਲਾ ਮਸਲਾ ਜੀ ਉਹ ਇਹੀ ਹੈ ਕਿ ਉਹ ਰਾਮ ਸ਼ਬਦ ਲਿਖ ਕੇ ਤੇ ਉਹ ਉੱਥੇ ਆਲੇ ਦੁਆਲੇ ਫਿਰਨੀ ਜਾਂ ਉਹਦੇ ਸੀਵਰੇਜ ਚ ਲਾਈਆਂ ਜਾ ਰਹੀਆਂ, ਜਿਹੜੀਆਂ ਉਹ ਸਾਡੇ ਵੀਰ ਸਿੱਖ ਸਦਭਾਵਨਾ ਦਲ ਵਾਲੇ ਅਤੇ ਜੁਝਾਰ ਟਾਈਮ TV ਵਾਲਿਆਂ ਨੇ ਉਹ ਮਸਲਾ ਜਿਹੜਾ ਸੀ ਚੁੱਕਿਆ ਜੀ। ਫਿਰ ਅਸੀਂ ਪੰਥਕ ਹੋਕੇ ਵੱਲੋਂ ਉਹਦਾ ਜਿਹੜਾ ਸੀਗਾ ਸਖਤ ਨੋਟਿਸ ਲਿਆ ਵੀ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੋਂ ਨਾ ਚੁੱਕੀਆਂ ਤੇ ਮਜਬੂਰਨ ਸਾਨੂੰ ਉਹ ਪੁੱਟ ਕੇ ਉੱਥੋਂ ਬਾਹਰ ਸੁੱਟਣੀਆਂ ਹੋਣਗੀਆਂ, ਕਿਉਂਕਿ ਰਾਮ ਸ਼ਬਦ ਲਿਖ ਕੇ ਸੀਵਰੇਜ ਜਾਂ ਪੈਰਾਂ 'ਚ ਲਾਉਣੀਆਂ ਇੱਕ ਤਾਂ ਇਹ ਕਹਿ ਲਿਆ ਕਿ ਹਿੰਦੂ ਭਰਾਵਾਂ ਦੀ ਮਾਨਸਿਕਤਾ ਨੂੰ ਜਾਂ ਉਹ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਗੱਲ ਹੈ ਜੀ। ਇੱਕ ਓੰਕਾਰ ਲਿਖੀ ਇੱਟ ਸਾਡੇ ਪੈਰਾਂ 'ਚ ਨਹੀਂ ਲੱਗ ਸਕਦੀ ਜੀ, ਤੇ ਰਾਮ ਸ਼ਬਦ ਲਿਖ ਕੇ ਵੀ ਨਹੀਂ ਲੱਗ ਸਕਦੀ, ਕਿਉਂਕਿ ਰਾਮ ਸ਼ਬਦ ਜਿਹੜਾ ਆ ਪਰਮੇਸ਼ਰ ਨਾਲ ਸੰਬੰਧਿਤ ਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ 'ਚ ਕਈ ਦਫਾ ਆਉਂਦਾ ਆ। ਤੇ ਇਸ ਲਈ ਉਹ ਇੱਕ ਤਾਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਗੱਲ ਆ। ਦੂਸਰੀ ਗੱਲ, ਸਿਰ ਫਿਰੇ ਕੱਲ ਨੂੰ ਇਹ ਵੀ ਕਰ ਸਕਦੇ ਨੇ ਕਿ ਉੱਥੋਂ ਇੱਟਾਂ ਪੁੱਟ ਕੇ ਕੱਲ ਨੂੰ ਕਹਿਣ ਕਿ ਵੇਖੋ ਜੀ ਆਹ ਦਰਬਾਰ ਸਾਹਿਬ ਦੇ ਵਿੱਚ ਰਾਮ ਦੇ ਸ਼ਬਦ ਲਿਖ ਕੇ ਇੱਟਾਂ ਸੀਵਰੇਜ ਚ ਲਾਈਆਂ, ਸਾਡੀਆਂ ਭਾਵਨਾਵਾਂ ਨੂੰ ਸੱਟ ਵੱਜੀ ਆ ਤੇ ਅਸੀਂ ਇਹਦੇ ਬਦਲੇ ਚ ਇੱਕ ਓੰਕਾਰ ਲਿਖ ਕੇ ਜਾਂ ਅਸੀਂ ਪੋਥੀਆਂ ਸੀਵਰੇਜ ਚ ਥੱਲੇ ਲਾਵਾਂਗੇ ਜਾਂ ਸੁੱਟਾਂਗੇ। ਉਹ ਕਾਂਡ ਨਰਾਦਰੀ ਤੇ ਹੋਰ ਪਾਸੇ ਨੂੰ ਗੱਲ ਜਾਂਦੀ ਹੈ ਜੀ। ਤੀਸਰੀ ਗੱਲ ਇਹ ਆ ਕਿ ਕੱਲ ਨੂੰ ਕੋਈ ਹੋਰ ਉੱਠ ਕੇ ਕਹਿੰਦਾ ਆ ਵੇਖੋ ਜੀ ਜਿਹੜਾ ਦਰਬਾਰ ਸਾਹਿਬ ਆ ਇਹ ਤਾਂ ਜੋ ਹੋਣਾ ਆ ਉਹ ਮੈਂ ਕਹਿ ਰਿਹਾ ਵਾਂ, ਇਹ ਵਿਸ਼ਨੂੰ ਮੰਦਿਰ ਸੀ ਜੀ, ਇਹ ਰਾਮ ਮੰਦਿਰ ਸੀ ਜੀ, ਗੁਰੂ ਗ੍ਰੰਥ ਸਾਹਿਬ ਜੀ 5ਵਾਂ ਵੇਦ ਆ ਜੀ, ਇਹ ਜੇ ਬਾਦਲ ਕੇ ਹੋਰ ਥੋੜਾ ਸਮਾਂ ਰਹਿ ਗਏ ਤੇ ਕੁਛ ਹੋਣਾ ਆ ਜੋ ਅਸੀਂ ਸੁਚੇਤ ਕਰਦੇ ਆਉਨੇ ਆ ਜੀ। ਔਰ ਉਹ ਇੱਟਾਂ ਪੁੱਟ ਕੇ ਤੇ ਕੱਲ ਨੂੰ ਦੱਸੀਆਂ ਜਾਣਗੀਆਂ ਵੇਖੋ ਜੀ ਇੱਥੇ ਰਾਮ ਸ਼ਬਦ ਵਾਲੀਆਂ ਇੱਟਾਂ ਨਿਕਲੀਆਂ, ਜਿਵੇਂ ਬਾਬਰੀ ਮਸਜਿਦ ਦੀ ਗੱਲ ਤੁਸੀਂ ਆਪ ਕੀਤੀ। ਔਰ ਗੁਰਦੁਆਰਾ ਡਾਂਗ ਮਾਰ ਸਾਹਿਬ ਇਹਨਾਂ ਨੇ ਮੰਦਿਰ ਬਣਾਇਆ ਸਿੱਕਮ ਦੇ ਵਿੱਚ, ਗੁਰਦੁਆਰਾ ਮੰਗੂ ਮੱਠ ਤੋੜਿਆ, ਗੁਰਦੁਆਰਾ ਪਹੂਆ ਸਾਹਿਬ ਕਾਲੀ ਦੇਵੀ ਦਾ ਮੰਦਿਰ ਬਣਾਇਆ, ਗਵਾਲੀਅਰ ਦੇ ਕਿਲੇ ਦੇ ਅੰਦਰ ਗਿਆਨ ਗੋਦੜੀ ਨੂੰ ਇਹਨਾਂ ਨੇ ਖਤਮ ਕਰ ਦਿੱਤਾ। ਇਸੇ ਤਰ੍ਹਾਂ ਹੁਣ ਦਰਬਾਰ ਸਾਹਿਬ ਦੇ ਇਰਦ ਗਿਰਦ ਜਾਂ ਉਹਦੇ ਵਰਗਾ ਹੀ ਦੁਰਗਿਆਣਾ ਮੰਦਿਰ ਬਣਾ ਦੇਣਾ ਜਾਂ ਦਰਬਾਰ ਸਾਹਿਬ ਦੇ ਨੇੜੇ ਤੇੜੇ ਮੂਰਤੀਆਂ ਲਾਉਣੀਆਂ ਤੇ ਮੰਦਿਰ ਖੜੇ ਕਰਨੇ। ਜਿੱਥੇ ਵੀ ਕੋਈ ਗੁਰਦੁਆਰਾ ਸਾਹਿਬ ਹੁੰਦਾ ਉਹਦੇ ਨੇੜੇ ਉਦੋਂ ਵੱਡਾ ਮੰਦਿਰ ਬਣਾਇਆ ਜਾਂਦਾ ਹੈ। ਅਸੀਂ ਕਿਸੇ ਮੰਦਿਰ ਨੂੰ ਇਹ ਢਾਹ ਕੇ ਉਹਨੂੰ ਗੁਰਦੁਆਰਾ ਨਹੀਂ ਬਣਾਉਂਦੇ, ਕਿਸੇ ਮਸੀਤ ਨੂੰ ਕਿਸੇ ਚਰਚ ਨੂੰ ਢਾਹ ਕੇ ਨਹੀਂ ਬਣਾਉਂਦੇ, ਤੇ ਪਰ ਅਸੀਂ ਗੁਰਦੁਆਰੇ ਨੂੰ ਮੰਦਿਰ ਮਸੀਤ ਵੀ ਕਿਵੇਂ ਬਣਾਉਣ ਦੇਈਏ। ਔਰ ਇਹ ਗੱਲਾਂ ਉਧਰ ਨੂੰ ਜਾਂਦੀਆਂ ਨੇ। ਜੇ ਹਿੰਦੂ ਭਰਾ ਅੱਜ ਉਸ ਵਿਸ਼ੇ ਤੇ ਨਹੀਂ ਬੋਲੇ, ਉਹਨਾਂ ਨੋਟਿਸ ਨਹੀਂ ਲਿਆ
ਇਹਦਾ ਮਤਲਬ ਬਾਦਲਾਂ ਨਾਲ ਮਿਲੀ ਭੁਗਤ ਨਾਲ ਇੱਟਾਂ ਲਵਾਈਆਂ ਜਾ ਰਹੀਆਂ ਨੇ। ਜੇ ਉਹ ਉਸ ਤਰ੍ਹਾਂ ਲੱਗਦੀਆਂ ਹੁੰਦੀਆਂ ਤੇ ਫਿਰ ਉਹਨਾਂ ਨੋਟਿਸ ਲੈਣਾ ਸੀ, ਰੌਲਾ ਪੈਣਾ ਸੀ ਉਹਦਾ, ਪਰ ਉਹਦਾ ਹਿੰਦੂ ਵੀਰਾਂ ਵੱਲੋਂ ਵਿਰੋਧ ਨਾ ਕਰਨਾ, ਨਾ ਰੌਲਾ ਪੈਣਾ, ਤੇ ਫਿਰ ਤਾਂ ਉਹ ਗੱਲ ਉਧਰ ਨੂੰ ਜਾਂਦੀ ਹੈ ਕਿ ਬਾਦਲ ਕੇ ਲਵਾ ਰਹੇ ਨੇ ਤੇ ਮਿਲੀ ਭੁਗਤ ਨਾਲ ਲਾ ਰਹੇ ਨੇ ਵੀ ਕੱਲ ਨੂੰ ਉਹ ਰਾਮ ਸ਼ਬਦ ਵਾਲੀਆਂ ਇੱਟਾਂ ਕੱਢ ਕੇ ਉਸ ਚੀਜ਼ ਨੂੰ ਰਾਮਚੰਦਰ ਨਾਲ ਜੋੜ ਕੇ ਤੇ ਦੂਜੇ ਪਾਸੇ ਕੀਤਾ ਜਾਵੇ। ਮੁਬਾਰਕਬਾਦ ਜਿਹੜੇ ਰਾਮਚੰਦਰ ਜੀ ਦੇ ਪੁਜਾਰੀ ਨੇ, ਪਰ ਅਸੀਂ ਨਾ ਹਮ ਹਿੰਦੂ ਨਾ ਮੁਸਲਮਾਨ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਅਸੀਂ ਮੰਨਣ ਵਾਲੇ ਹਾਂ। ਔਰ ਇਸ ਦੀ ਸਿੱਖ ਸਦਭਾਵਨਾ ਦਲ ਵੱਲੋਂ ਜਿੱਥੇ ਨਿਖੇਧੀ ਵੀ ਕੀਤੀ ਗਈ ਆ, ਨੋਟਿਸ ਵੀ ਲਿਆ ਗਿਆ ਵਾ, ਔਰ ਅਸੀਂ ਪੂਰਾ ਧਿਆਨ ਰੱਖ ਰਹੇ ਹਾਂ ਜੇ ਪ੍ਰੋਪਰ ਇਹਨਾਂ ਨੇ ਸਾਰੀਆਂ ਨਾ ਇੱਟਾਂ ਕੱਢੀਆਂ ਤੇ ਅਸੀਂ ਉਹ ਸਾਰੀਆਂ ਕੱਢਾਂਗੇ ਵੀ ਜੀ, ਉੱਥੋਂ ਪੁੱਟਾਂਗੇ ਵੀ ਜੀ। ਬਿਲਕੁਲ ਜੀ, ਵਾਕਿਆ ਗੱਲ ਸਹੀ ਆ। ਪੁੱਟਣੀਆਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦੀਆਂ, ਪਹਿਲਾਂ ਤਾਂ ਲਾਉਣੀਆਂ ਹੀ ਨਹੀਂ ਚਾਹੀਦੀਆਂ। ਇਹ ਬੜੇ ਵੱਡੇ ਸਵਾਲ ਆ ਜੀ, ਬੜੇ ਵੱਡੇ ਤੌਖਲੇ ਆ ਜਿਹੜੇ ਤੁਸੀਂ ਜ਼ਾਹਿਰ ਕੀਤੇ ਆ। ਇਸ ਤੋਂ ਪਹਿਲਾਂ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਉਹਨਾਂ ਬਾਰੇ ਵੀ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ, ਫਿਰ ਆਪਣੇ ਕਾਲਰ ਵੀ ਜੁੜ ਗਏ ਜੀ, ਆਪਾਂ ਕਾਲਰ ਵੀ ਤੁਹਾਡੇ ਰੂਬਰੂ ਕਰਾਵਾਂਗੇ। ਜਿਹੜੇ 328 ਸਰੂਪ ਆ ਜਿਨ੍ਹਾਂ ਦੇ ਬਾਰੇ ਪਤਾ ਲੱਗ ਗਿਆ, ਭਾਈ ਸਾਹਿਬ ਜਿਨ੍ਹਾਂ ਦੇ ਬਾਰੇ ਨਹੀਂ ਪਤਾ ਲੱਗਾ ਉਹ ਕਿੰਨੇ ਕੁ ਹੋਣਗੇ ਜੀ? ਵੇਖੋ ਜੀ, ਜਿਹੜੇ ਅੰਕੜੇ ਇਹਨਾਂ ਦੀ ਜਿਹੜੀ ਜਾਂਚ ਰਿਪੋਰਟ ਕਰਵਾ ਕੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਬਾਦਲਕਿਆਂ ਨੇ ਜਨਤਕ ਕੀਤੀ ਆ, ਉਹਦੇ ਮੁਤਾਬਕ ਹੀ ਆਪਾਂ ਗੱਲ ਕਰ ਲੈਂਦੇ ਆ ਕਿ ਇਹਨਾਂ ਨੇ ਕਰੀਬਨ 13 ਲੱਖ ਅੰਗ ਮਹਾਰਾਜੀ ਦੇ ਅਣਅਧਿਕਾਰਤ ਛਾਪੇ ਨੇ ਜੀ। 10 ਲੱਖ ਅੰਗ ਜਿਲਦ ਸਾਜਾਂ ਕੋਲੇ ਅਜੇ ਤੱਕ ਪਿਆ ਹੋਇਆ ਵਾ। 2.5 ਲੱਖ ਅੰਗ ਲਾਪਤਾ ਹੈ। 328 ਸਰੂਪ ਚੋਰੀ ਵੇਚੇ ਇਹਨਾਂ ਖੁਦ ਮੰਨੇ ਆ। ਔਰ ਬਾਕੀ ਜਿਹੜੇ ਅੰਕੜੇ ਨੇ ਉਹ ਤਾਂ ਮੁਕੱਦਮੇ ਦਰਜ ਹੋਣ ਤੋਂ ਬਾਅਦ ਸਾਹਮਣੇ ਆਉਣੇ ਆ ਜੀ। ਉਹਦੀ ਗਿਣਤੀ ਬਹੁਤ ਜ਼ਿਆਦਾ ਹੈ ਜੀ, ਉਹ ਤਾਂ ਆਉਣ ਵਾਲੇ ਸਮੇਂ 'ਚ ਨਿਕਲਣੀ ਹੈ। ਔਰ 328 ਸਰੂਪ ਮਹਾਰਾਜੀਆਂ ਦੇ ਚੋਰੀ ਵੇਚਣ ਵਾਲੇ ਮਸਲੇ ਨੂੰ ਲੈ ਕੇ ਸਿੱਖ ਸੰਗਤਾਂ ਨੇ ਇੱਥੇ ਇੱਕ ਮੋਰਚਾ ਲਾਇਆ ਸੀਗਾ, ਜਿਹੜਾ 40 ਕੁ ਦਿਨ ਚੱਲਿਆ ਤੇ 40 ਦਿਨ ਬਾਅਦ ਇਹਨਾਂ ਨੇ ਇਨਸਾਫ ਦੇਣ ਦੀ ਬਜਾਏ ਸ਼੍ਰੋਮਣੀ ਕਮੇਟੀ ਤੇ ਕਾਬਜ਼ ਬਾਦਲਕਿਆਂ ਵੱਲੋਂ ਜਿਹੜਾ ਗੁੰਡਾ ਬ੍ਰਿਗੇਡ ਭਰਤੀ ਕੀਤਾ ਗਿਆ, ਟਾਸਕ ਫੋਰਸ, ਉਹਦੇ ਰਾਹੀਂ ਉਹਨਾਂ ਦੀ ਇਹੋ ਜਿਹੀ ਕੁੱਟਮਾਰ ਕੀਤੀ ਕਿ ਕੁੱਟਮਾਰ ਕਰਕੇ ਸਾਰੇ ਦੇ ਸਾਰੇ ਜਿਹੜੇ ਸੀਗੇ ਉਸ ਮੋਰਚੇ ਨੂੰ ਤਾਰ-ਪੀੜ ਕਰ ਦਿੱਤਾ ਗਿਆ। ਔਰ ਤਾਰ-ਪੀੜ ਕਰਨ ਤੋਂ ਬਾਅਦ ਜਦੋਂ ਕਿਸੇ ਜਥੇਬੰਦੀ ਜਾਂ ਕਿਸੇ ਨੇ ਉੱਧਰ ਧਿਆਨ ਨਾ ਦਿੱਤਾ, ਤਕਰੀਬਨ ਹਫ਼ਤੇ ਕੁ ਬਾਅਦ ਫਿਰ 4 ਨਵੰਬਰ ਨੂੰ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਸੇਵਾਦਾਰ ਬਾਬਾ ਫੌਜਾ ਸਿੰਘ ਸੁਭਾਨੇ ਤੋਂ ਨੇ ਦਾਸ ਨਾਲ ਉਹਨਾਂ ਦੀ ਗੱਲਬਾਤ ਹੋਈ। ਸਿੱਖ ਸਦਭਾਵਨਾ ਦਲ ਵੱਲੋਂ ਅਸੀਂ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ ਤੇ ਪਿਛਲੇ 4.5 ਮਹੀਨਿਆਂ ਤੋਂ 4 ਨਵੰਬਰ ਤੋਂ ਅਸੀਂ ਉੱਥੇ ਬੈਠੇ ਹੋਏ ਹਾਂ, ਤੰਬੂ ਲਾ ਕੇ ਦਰਬਾਰ ਸਾਹਿਬ ਦੇ ਬਾਹਰ ਜਿੱਥੇ ਸ਼ੇਰੇ ਪੰਜਾਬ ਦਾ ਬੁੱਤ ਲੱਗਾ ਹੋਇਆ ਵਾ ਜੀ। ਔਰ ਉਹ ਇਹ ਮੰਗ ਕਰ ਰਹੇ ਹਾਂ, ਅਸੀਂ ਹੋਕਾ ਦੇ ਰਹੇ ਹਾਂ ਕਿ 328 ਸਰੂਪ ਚੋਰੀ ਵੇਚਣ ਵਾਲੇ ਬਾਦਲਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਏ। ਪਰ ਪੰਜਾਬ ਸਰਕਾਰ, ਕੈਪਟਨ ਦੀ ਸਰਕਾਰ ਬਾਦਲਾਂ ਦਾ ਸਾਥ ਦੇ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ, ਜਦ ਕਿ ਸੁਪਰੀਮ ਕੋਰਟ ਕਹਿ ਰਿਹਾ ਕਿ ਇਹ ਕ੍ਰਾਈਮ ਕੇਸ ਹੈ ਤੇ ਇਹ ਤੇ ਮੁਕੱਦਮਾ ਦਰਜ ਹੋਵੇ। ਔਰ ਅਸੀਂ ਨਾਲ ਉਹਦੀ ਰਿਟ ਵੀ ਪਾਈ ਹੋਈ ਆ, ਜਿਹਦੀ 7 ਅਪ੍ਰੈਲ ਨੂੰ ਸੁਣਵਾਈ ਆ। 3-4 ਤਰੀਕਾਂ 'ਚ ਸੁਣਵਾਈ ਹੋ ਚੁੱਕੀ ਆ। ਪਿਛਲੀ ਤੇ ਜੱਜ ਛੁੱਟੀ ਸੀਗਾ, ਉਦੋਂ ਪਹਿਲਾਂ ਇੱਕ ਜੱਜ ਉੱਥੋਂ ਬਦਲੀ ਵੀ ਹੋਇਆ ਵਾ। ਹੁਣ 7 ਅਪ੍ਰੈਲ ਉਹਦੀ ਤਰੀਕ ਹੈ ਜੀ, ਅਸੀਂ ਉਹ ਵੀ ਲੈ ਰਹੇ ਹਾਂ। ਪਰ ਅਸੀਂ ਪਿਛਲੇ ਅੱਜ 139 ਦਿਨ ਹੋ ਗਏ ਨੇ ਸਾਨੂੰ ਉੱਥੇ ਤੰਬੂ ਲਾ ਕੇ ਬੈਠਿਆਂ ਨੂੰ ਕਿ ਇਹ 328 ਸਰੂਪ ਜਿਹੜੇ ਬਾਦਲਕਿਆਂ ਨੇ ਚੋਰੀ ਵੇਚੇ ਨੇ ਔਰ ਉਹਨਾਂ ਦੇ ਉੱਤੇ ਪੰਜਾਬ ਸਰਕਾਰ ਪਰਚਾ ਕਿਉਂ ਨਹੀਂ ਦਰਜ ਕਰ ਰਹੀ। ਤੇ ਨਾਲ ਇਹਨੂੰ ਮੇਰਾ ਰੋਸਾ ਕਹਿ ਲਓ ਜਾਂ ਇਹ ਮੇਰੀ ਇੱਕ ਕੋਈ ਸਖਤ ਸ਼ਬਦ ਵੀ ਕਿਸੇ ਨੂੰ ਨਾ ਚੰਗੇ ਲੱਗਣ, ਮਾਫੀ ਮੰਗਦਾ ਆ। 1-2 ਢਾਡੀ ਸਿੰਘਾਂ ਨੂੰ ਛੱਡ ਕੇ, ਕੀਰਤਨੀਆਂ ਨੂੰ ਛੱਡ ਕੇ ਤੇ ਕਥਾਵਾਚਕਾਂ ਨੂੰ ਛੱਡ ਕੇ ਜਿਹੜੇ ਆਪਣੇ ਆਪ ਨੂੰ ਫੰਨੇ ਖਾਂ ਸਮਝਣ ਵਾਲੇ ਬਾਬੇ, ਕੀਰਤਨ ਕਰਨ ਵਾਲੇ ਢਾਡੀ ਸਿੰਘ ਸਭਾਵਾਂ, ਕਿਸੇ ਨੇ ਵੀ ਇਹਦੇ ਤੇ ਕੋਈ ਇਸ ਤਰ੍ਹਾਂ ਦਾ ਮਤਾ ਨਹੀਂ ਪਾਇਆ ਕਿ 328 ਸਰੂਪ ਵੇਚਣ ਵਾਲੇ ਬਾਦਲਾਂ ਦਾ ਬਾਈਕਾਟ ਕਰਾਂਗੇ, ਉਹਨਾਂ ਨੂੰ ਗੁਰਦੁਆਰਿਆਂ 'ਚ ਨਹੀਂ ਵੜਨ ਦਿਆਂਗੇ, ਜਾਂ ਹੋਰ ਕੋਈ ਘਟਨਾ ਵਾਪਰਦੀ ਆ ਤੇ ਸਾਰੇ ਕੈਮਰੇ ਸਿੱਧੇ ਕਰਕੇ ਆਪਣੇ ਲਾਈਵ ਹੁੰਦੇ ਨੇ। ਤੇ ਅੱਜ
328 ਸਰੂਪਾਂ ਨੂੰ ਲੈ ਕੇ ਇੱਕਦਮ ਚੁੱਪ ਛਾ ਜਾਣੀ, ਮੈਂ ਇਹ ਨਾਲ ਜਿੱਥੇ ਸਰਕਾਰ ਨੂੰ ਕੋਸਦਾ ਹੈ ਕਿ ਉਹ ਬੇਈਮਾਨ ਹੈ। ਸਰਕਾਰਾਂ ਦਾ ਤਾਂ ਕੰਮ ਹੀ ਇਹ ਕੁਛ ਹੈ ਕਿ ਉਹ ਪੋਥੀ ਫੜ ਕੇ ਕੈਪਟਨ ਸਾਹਿਬ ਸਹੁੰ ਖਾਂਦੇ ਨੇ ਤੇ ਮਗਰੋਂ ਮੁੱਕਰ ਜਾਇਆ ਕਰਦੇ ਆ ਵੀ ਅਸੀਂ ਵੇਖੋ ਜੀ ਉਹ ਤਾਂ ਸਾਡੀ ਸਟੇਟਮੈਂਟ ਹੀ ਹੈ ਨਹੀਂ। ਉਹ 100 ਵਾਰੀ ਮੁੱਕਰ ਜਾਣ, ਪਰ ਆਪਾਂ ਤਾਂ ਗੁਰੂ ਪੰਥ ਦੇ ਅਖਵਾਉਣ ਵਾਲੇ ਆ ਤੇ ਜਿੰਨੇ ਆਪਾਂ ਡੇਂਗਾ ਮਾਰਨ ਵਾਲੇ ਆ, ਜੇ ਅੱਜ ਗੁਰੂ ਪੰਥ ਦੇ ਨਹੀਂ ਬਣੇ ਇਹ ਸਿੱਖੀ ਦੇ ਤੇ ਕਿਵੇਂ ਉਹ ਪੰਥ ਦੇ ਹੋ ਸਕਦੇ ਆ? ਇਹ ਗੱਲਾਂ ਸੋਚਣ ਵਾਲੀਆਂ ਨੇ। 328 ਸਰੂਪਾਂ ਨੂੰ ਲੈ ਕੇ ਇਹ ਬੜਾ ਤਕੜਾ ਜਿੱਥੇ ਕ੍ਰਾਈਮ ਕੇਸ ਹੈ ਉੱਥੇ ਬੜੀ ਵੱਡੀ ਚੁੱਪ ਹੈ। ਮਹਾਂਪੁਰਸ਼ ਕਹਿਣ ਵਾਲਿਆਂ ਨੂੰ, ਉਹਨਾਂ ਦੀ, ਬਾਬਿਆਂ ਦੀ, ਜਥੇਦਾਰਾਂ ਦੀ, ਕੀਰਤਨੀਆਂ ਦੀ ਮਾੜੀ ਜੀ ਗੱਲ ਹੁੰਦੀ ਹੈ ਤੇ ਵੀਡੀਓ ਚੱਕ ਕੇ ਪਾਉਂਦੇ ਆ। ਅੱਜ 328 ਸਰੂਪਾਂ ਨੂੰ ਲੈ ਕੇ ਕਿਸੇ ਨੇ ਪਾਈ ਤੇ 51 ਹਜ਼ਾਰ ਦੇਣ ਵਾਲਿਆਂ ਨੇ ਵੀ ਨਹੀਂ ਪੁੱਛਿਆ ਕਿ 328 ਸਰੂਪਾਂ ਬਾਰੇ ਤੁਹਾਡਾ ਕੀ ਖਿਆਲ ਹੈ। ਕਿਸੇ ਸਿੰਘ ਸਭਾ ਨੇ ਮਤਾ ਨਹੀਂ ਹੁਣ ਤੱਕ ਪਾਇਆ ਕਿ ਗੁਰੂ ਗ੍ਰੰਥ ਸਾਹਿਬ ਇਹਨਾਂ ਦਾ ਕੁਛ ਨਹੀਂ ਲੱਗਦਾ ਜਾਂ ਇਹ ਗੁਰੂ ਨਹੀਂ ਮੰਨਦੇ ਉਸਨੂੰ। ਉਹ ਇਹ ਬੜਾ ਤਗੜਾ ਇੱਕ ਮਸਲਾ ਹੈ ਜੀ। ਆ ਜਿਹੜਾ 139 ਦਿਨਾਂ ਦਾ ਜਿਹੜਾ ਇਹ ਵਾਕਿਆ ਆ ਇਹ ਬੜਾ ਗੰਭੀਰ ਹੈ। ਔਰ 7 ਅਪ੍ਰੈਲ ਅਸੀਂ ਤਾਂ ਡਟੇ ਹੋਏ ਆ, ਜਿੰਨਾ ਚਿਰ ਜਿਉਂਦੇ ਆ ਆਰ ਜਾਵਾਂਗੇ ਜਾਂ ਪਾਰ ਜਾਵਾਂਗੇ। ਸਾਡਾ ਮਕਸਦ ਇਹ ਆ ਵੀ ਅਸੀਂ ਬੈਠੇ ਹਾਂ ਤੇ ਬੈਠੇ ਰਵਾਂਗੇ। ਪਰ ਇਹ ਜ਼ਰੂਰ ਹੈ ਕਿ ਜਿੰਨਾ ਚਿਰ ਸੰਗਤ, ਸਿੰਘ ਸਭਾਵਾਂ, ਇਹ ਕੀਰਤਨ ਕਥਾ ਕਰਨ ਵਾਲੇ ਸਾਥ ਨਹੀਂ ਦੇਣਗੇ ਉਹ ਉਹਨਾਂ ਚਿਰ ਸਫਲ ਨਹੀਂ ਹੋਣੀ। ਬਿਲਕੁਲ ਜੀ, ਵਾਕਿਆ ਗੱਲ ਸਹੀ ਹੈ, ਸਫਲ ਨਹੀਂ ਹੋਣੀ। ਤੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦੇ ਰਿਹਾ ਜੀ ਪੰਕਜ ਸਪਰਾ ਹੋਣੀ, ਰੀਮੈਕਸ ਰਿਐਲਿਟੀ ਦਾ ਕੰਮ ਕਰਦੇ ਜੀ। ਉਹਨੂੰ ਬ੍ਰੈਂਪਟਨ ਦੇ ਵਿੱਚ ਜਿਹੜੀ ਲਿਸਟਾਂ ਚਾਹੀਦੀਆਂ ਜੀ, ਉਹਨਾਂ ਦੇ ਕੋਲ ਕੁਆਲੀਫਾਈਡ ਬਾਇਰ ਹੈਗਾ। ਰਾਈਟ ਵੇ ਤੁਸੀਂ ਕਾਲ ਕਰ ਸਕਦੇ ਹੋ 416 722 2385 ਤੇ 4167222385 416 722 2385 ਤੇ ਤੁਸੀਂ ਘਰ ਵੇਚਣਾ ਖਰੀਦਣਾ ਤਾਂ ਵੀ ਕਾਲ ਕਰ ਸਕਦੇ ਹੋ। ਬ੍ਰੈਂਪਟਨ ਦੇ ਵਿੱਚ ਉਹਨਾਂ ਨੂੰ ਘਰ ਚਾਹੀਦੇ ਆ ਜੀ ਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 416 722 2385 ਤੇ। ਭਾਈ ਸਾਹਿਬ ਵਾਕਿਆ ਗੱਲ ਸਹੀ ਆ, ਜਿਹੜੇ ਖਦਸ਼ੇ ਆ ਬਹੁਤ ਵੱਡੇ ਆ ਤੇ ਆਪਾਂ ਕਾਲ ਲੈਣੇ ਜੀ ਬੜੇ ਲੰਮੇ ਸਮੇਂ ਤੋਂ ਹੋਲਡ ਆ ਤੇ ਆਪਣੇ ਕਾਲਰਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਹੋਰ ਵੀ ਸਵਾਲ ਬਹੁਤ ਜ਼ਿਆਦੇ ਆ। ਹਾਂਜੀ 5155 ਸਵਾਗਤ ਹੈ ਜੀ। ਵੀਰ ਜੀ ਕੀ ਹਾਲ ਹੈ? ਵਧੀਆ ਜੀ ਵਧੀਆ। ਵੀਰ ਜੀ ਇਹ ਜੋ ਗ੍ਰੰਥ ਜਿਹੜੇ ਗੁੰਮ ਹੋਏ, ਗੁੰਮ ਨਹੀਂ ਹੋਏ, ਇਹਨਾਂ ਚ ਰਾਮ ਸ਼ਬਦ ਸੀਗਾ, ਇਹ ਫੂਕ ਦਿੱਤੇ ਸਿੱਖਾਂ ਨੇ? ਨਹੀਂ ਜੀ, ਇਹ ਤੁਹਾਨੂੰ ਵਹਿਮ ਆ ਜੀ। ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਰੂਪ ਦੇ ਜੀ, ਇਹਦੇ ਵਿੱਚ ਇੰਨੀ ਵਾਰੀ ਰਾਮ ਲਿਖਿਆ ਹੋਇਆ। ਰਾਮ ਜਿਹੜਾ ਉਹ ਰਾਮਚੰਦਰ ਦਾ ਨਾਂ ਨਹੀਂਗਾ ਜੀ, ਉਹ ਰਾਮਚੰਦਰ ਰਾਜਾ ਸੀਗਾ। ਰਾਮ ਜਿਹੜਾ ਪਰਮਾਤਮਾ ਨੂੰ ਕਿਹਾ ਗਿਆ, ਕਰਤਾ ਪੁਰਖ ਵਾਹਿਗੁਰੂ ਨੂੰ ਕਿਹਾ ਗਿਆ ਆ। ਇਹ ਉਸ ਰਾਮ ਦੀ ਗੱਲ ਕੀਤੀ ਗਈ ਆ, ਇਸ ਰਾਮ ਦੀ ਨਹੀਂ। ਇਹ ਦੁਨਿਆਵੀ ਰਾਮ ਆ। ਵੀਰ ਜੀ ਸਭ ਤੋਂ ਜਿਹੜਾ ਵੱਡਾ ਸਵਾਲ ਖੜਾ ਹੁੰਦਾ ਆ, ਸਾਡੇ ਜਿਹੜੇ ਚਿੱਟੀ ਸਿਉਂਕ ਆ ਇਹ ਇੰਨੇ ਚਿਰ ਦੀ ਨਹੀਂ ਬੋਲਦੀ। ਇਹ ਪਤਾ ਨਹੀਂ ਕਿਉਂ ਚੁੱਪ ਆ। ਜਿਸ ਤਰ੍ਹਾਂ ਸਾਡੇ ਦਮਦਮੀ ਟਕਸਾਲ ਦੇ ਮੁਖੀ ਆ ਜੀ ਹਰਨਾਮ ਸਿੰਘ ਧੁੰਮਾ ਹੋਣੀ, ਉਹ ਤਾਂ ਬਾਦਲਾਂ ਦੀ ਚੜ੍ਹਦੀ ਕਲਾ ਦੀ ਕਹਿੰਦੇ ਜੀ ਅਰਦਾਸ ਕਰਿਆ ਕਰੋ। ਕਿੰਨੀ ਕਿਹਨਾਂ ਦੇ ਵਿੱਚ ਗੜਸਾ, ਤੁਸੀਂ ਕਹਿੰਦੇ ਹੋ ਹਾਂ ਦਾ ਨਾਰਾ ਮਾਰਨਗੇ, ਕਿਤੇ ਮਾਰ ਸਕਦੇ ਆ? ਵੀਰ ਜੀ ਮੈਂ ਤਾਂ ਸਮੁੱਚੇ ਤੌਰ ਤੇ ਕਹਿ ਚੁੱਕਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਲਈ ਬੋਲ ਨਹੀਂ ਸਕਿਆ, ਗੁਰੂ ਗ੍ਰੰਥ ਦਾ ਨਹੀਂ ਬਣਿਆ, ਪੰਥ ਦੀ ਕੀ ਆਸ ਕਰ ਸਕਦੇ, ਚਾਹੇ ਕੋਈ ਵੀ ਹੋਵੇ ਜੀ। ਜੀ ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 7380 ਸਵਾਗਤ ਹੈ ਜੀ। ਹਾਂਜੀ ਆਪਣੇ ਚੰਦੀ ਵੀਰ ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਭਾਈ ਸਾਹਿਬ ਉਹਨਾਂ ਨੂੰ ਤੁਸੀਂ ਲੈ ਕੇ ਆਏ ਹੋ ਜੀ। ਤੇ ਜੋ ਭਾਈ ਸਾਹਿਬ ਨੇ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ। ਇਹਨਾਂ ਦੇ ਨਾਲ ਹੋਰ ਵੀ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਜੁੜਨਾ ਚਾਹੀਦਾ ਜੀ। ਇੱਕ ਆਪਣੇ ਚੰਦੀ ਵੀਰ ਕੋਸ਼ਿਸ਼ ਕਰਿਆ ਕਰੋ, ਜਿਵੇਂ ਪਹਿਲੇ ਕਾਲਰ ਗੱਲ ਕਰਕੇ ਗਏ ਆ, ਏਦਾਂ ਦੇ ਬੰਦੇ ਦੀ ਕਾਲ ਨਾ ਲਵੋ, ਕਿਉਂਕਿ ਭਾਈ ਸਾਹਿਬ ਹੁਣੀ ਬਹੁਤ ਵੱਡੀ ਸ਼ਖਸੀਅਤ ਨੇ, ਕਿਉਂਕਿ ਫਿਰ ਢਾਹ ਲੱਗਦੀ ਆ ਸਾਨੂੰ। ਨਹੀਂ ਮੈਂ ਤਾਈਓ ਰਾਈਟ ਵੇ ਕਰਤੀ ਜੀ, ਮੈਨੂੰ ਉਹਨਾਂ ਦੀ ਸ਼ਬਦਾਵਲੀ ਤੋਂ ਪਤਾ ਲੱਗ ਗਿਆ ਜੀ ਉਹ ਜੀ। ਹਾਂਜੀ ਹਾਂਜੀ, ਜਿਹੜੀ ਗੱਲ ਇਹ ਆਪਣੇ ਭਾਈ ਸਾਹਿਬ ਹੁਣੀ ਭਾਵੇਂ ਮਹਾਰਾਜ ਸਰੂਪ ਚੋਰੀ ਇਹਨਾਂ ਨੇ ਕਰਵਾਏ ਨੇ ਬਾਦਲ ਕਿਆ ਨੇ, ਜਾਂ ਇਹ ਹੁਣ ਰਾਮ ਲੈ ਕੇ ਇੱਟਾਂ ਤੇ ਸਾਰਾ ਕੁਝ ਮਿਲੀ ਭੁਗਤ ਨਾਲ ਹੀ ਹੋ ਰਿਹਾ ਜੀ ਇਹ। ਬਿਲਕੁਲ ਜੀ। ਕਿਉਂਕਿ ਮੈਨੂੰ ਤਾਂ ਹੁਣ ਅੱਗੇ ਤਾਂ ਬਾਦਲ ਕੇ ਆਪ ਜੀਜੇ ਤੋਂ ਕੱਢਦੇ ਸੀ ਪਰਚੀ, ਹੁਣ ਜਿਵੇਂ ਬੀਬੀ ਜਗੀਰ ਨੂੰ ਲਾਤਾ ਉੱਥੇ ਆਪਣੇ, ਮੈਨੂੰ ਤਾਂ ਇਹ ਲੱਗਦਾ ਹੁਣ ਸਾਰੇ ਫੈਸਲੇ RSS ਵਾਲੇ ਆਪ ਸਿੱਧੇ ਹੀ ਕਰਨ ਲੱਗੇ ਨੇ ਜੀ। ਕਿਉਂਕਿ ਜਿਹੜੇ ਇਹਨਾਂ ਨੇ ਗੋਡੇ ਟੇਕਦੇ ਆ ਨਾ RSS ਮੂਹਰੇ, ਉਹ ਬਹੁਤ ਵੱਡਾ ਸਿੱਖੀ ਘਾਣ ਕਰਨ ਤੁਰੇ ਹੋਏ ਨੇ ਜੀ। ਆਉਣ ਵਾਲੇ ਟਾਈਮ ਦੇ ਵਿੱਚ ਕੁਝ ਵੀ ਕਰਵਾ ਸਕਦੇ ਨੇ। ਤੇ ਜਿੱਦਾਂ ਭਾਈ ਸਾਹਿਬ ਹੋਣੀ ਜਿਵੇਂ ਪੁਰਾਣੇ ਆਪਣੇ ਸਾਬਕਾ ਜਥੇਦਾਰ ਰਣਜੀਤ ਸੋਹਣੀ ਨੇ ਲੱਗੇ ਹੋਏ ਨੇ, ਸਾਨੂੰ ਇਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ। ਤੇ ਆਮ ਲੋਕਾਂ ਨਾਲ ਇਹਨਾਂ ਦੇ ਹੈਗੇ ਨੇ, ਪਰ ਜਿਵੇਂ ਹੁਣ ਦੱਸਦੇ ਨੇ ਹੋਰ ਜਿਹੜੇ ਕੀਰਤਨੀ ਹੈ
ਜੱਥੇ ਆ ਜਾਂ ਕੋਈ ਵੀ ਰਾਗੀ ਢਾਡੀ ਕੋਈ ਵੀ ਆ, ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਦੇ ਨਾਲ ਖੜਨਾ ਪੈਣਾ ਜੀ। ਇਹ ਥੋੜੀ ਹੁੰਦਾ ਵੀ ਆਪਣੇ ਵੀ ਜੇ ਕੋਈ ਸ਼ਬਦ ਵੀ ਪੜ੍ਹ ਦਵੇ ਬਾਣੀ ਦੇ ਵਿੱਚੋਂ ਉਹ ਵੀ ਬੰਦ ਕਰਾਉਣ ਤੁਰ ਪੈਂਦੇ ਆ। ਜੋ ਉਹਨਾਂ ਨੂੰ ਇਹੀ ਲੱਗਦਾ ਨਾ ਵੀ ਸਾਡੇ ਖਿਲਾਫ ਹੀ ਆ ਸ਼ਬਦ ਵੀ ਜੀ ਜੀ ਜੀ। ਬਾਣੀ ਨੂੰ ਵੀ ਆਪਦੇ ਖਿਲਾਫ ਸਮਝਦੇ ਨੇ। ਸਾਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ। ਧੰਨਵਾਦ ਕਰਦੇ ਆ ਭਾਈ ਸਾਹਿਬ ਦਾ, ਧੰਨਵਾਦ ਤੁਹਾਡਾ ਵੀ। ਧੰਨਵਾਦ ਵੀਰ ਜੀ, ਧੰਨਵਾਦ। ਭਾਈ ਬਲਦੇਵ ਸਿੰਘ ਜੀ, ਜਿੱਦਾਂ ਵੀਰ ਹੋਣਾ ਨੇ ਕਿਹਾ, ਕਿਉਂ ਨਾ ਜਿਹੜੀਆਂ ਤੁਹਾਡੀ ਪੰਥਕ ਸੋਚ ਵਾਲੀਆਂ ਜਥੇਬੰਦੀਆਂ ਤੇ ਬੇਨਤੀ ਹੈ ਸਾਡੇ ਵੱਲੋਂ, ਤੁਸੀਂ ਇਕੱਠੇ ਹੋ ਕੇ ਰਲੋ ਜਿਨ੍ਹਾਂ ਦੀ ਸੋਚ ਸੇਮ ਆ ਜੀ। ਇਹ ਬੜੀ ਵੱਡਾ ਜੀ ਸਵਾਲ, ਕਿਉਂਕਿ ਜਦ ਤੁਸੀਂ ਇਕੱਠੇ ਹੋਵੋਗੇ ਤਾਂ ਬੜਾ ਕੁਝ ਕਰ ਸਕਦੇ ਹਾਂ ਜੀ। ਭਾਈ ਸਾਹਿਬ ਜੀ 2016-22 ਮਾਰਚ ਤੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਆਰੰਭ ਕੀਤੀ ਹੈ ਜੀ। ਸਿੱਖ ਸਦਭਾਵਨਾ ਦਲ ਬਣਾ ਕੇ, ਔਰ ਇਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਬਾਬਾ ਬੁੱਢਾ ਸਾਹਿਬ ਜੀ ਤੋਂ ਉਦੋਂ ਸ਼ੁਰੂ ਹੋਈ ਜਦੋਂ ਸਰਕਾਰ ਨਾਲ ਮਿਲ ਕੇ ਪ੍ਰੀਤੀ ਚੰਦਾ ਨੇ ਗੱਡੀਆਂ ਲਾਈਆਂ ਤੇ ਗੋਲਕਾਂ ਲੁੱਟੀਆਂ ਤੇ ਸਿਧਾਂਤਾਂ ਨੂੰ ਸੱਟ ਮਾਰੀ ਜੀ। ਇਸੇ ਤੇ ਪਹਿਰਾ ਬਾਬਾ ਮੱਖਣ ਸ਼ਾਹ ਲਵਾਣਾ ਵੀ ਦਿੰਦੇ ਆ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਤੇ 100 ਸਾਲ ਪਹਿਲਾਂ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਉਹ ਦਿੰਦੇ ਨੇ ਜੀ। ਅੱਜ ਸਭ ਦੇ ਨਾਲ ਤੁਰਨਾ, ਸਭ ਨੂੰ ਨਾਲ ਲੈ ਕੇ ਤੁਰਨਾ, ਦਲਾਂ 'ਚ ਦਲ ਨਹੀਂ, ਦਲਾਂ ਨੂੰ ਦਲ ਬਣਾਉਣ ਲਈ ਸਿੱਖ ਸਦਭਾਵਨਾ ਦਲ ਬਣਾਇਆ। ਪਰ ਉਹਦੀ ਇੱਕ ਸ਼ਰਤ ਆ ਜੀ। ਉਹ ਸ਼ਰਤ ਇਹ ਆ ਕਿ ਜਿਨ੍ਹਾਂ ਨੂੰ ਨਾਲ ਤੋਰਨਾ ਆ, ਇਹ ਲੜਾਈ ਧਾਰਮਿਕ ਆ, ਉਹ ਸਿਆਸੀ ਬੰਦੇ ਨਾ ਹੋਣ ਜੀ। ਨੰਬਰ 2, ਉਹ ਧਾਰਮਿਕ ਚਿਹਰੇ ਸਿਆਸੀ ਵਿੰਗ ਦੇ ਧਾਰਮਿਕ ਵਿੰਗ ਨਾ ਹੋਣ। ਕਿਉਂਕਿ ਇੱਕ ਡਾਕਟਰ ਨੇ ਬਣਿਆ ਨਹੀਂ, ਪਰ ਉਹ ਡਿਗਰੀ ਡਾਕਟਰ ਦੀ ਲਈ ਫਿਰਦਾ ਨਕਲੀ ਬਣਾ ਕੇ ਜੀ। ਇੱਕ ਐਡਵੋਕੇਟ ਹੈ ਨਹੀਂ, ਪਰ ਸਰਟੀਫਿਕੇਟ ਐਡਵੋਕੇਟ ਦਾ ਚੱਕੀ ਫਿਰਦਾ। ਪਰ ਜਦੋਂ ਅਗਲੇ ਬੰਨੇ ਅਦਾਲਤ 'ਚ ਜਾ ਕੇ ਗੱਜਣਾ ਪਿਆ, ਉੱਥੇ ਮੁੜ ਕੇ ਉਹਨਾਂ ਨੂੰ ਗੱਲ ਨਹੀਂ ਕੋਈ ਆਉਂਦੀ। ਇਸ ਲਈ ਜਿਹੜਾ ਮੇਰਾ ਏਜੰਡਾ ਆ, ਗੁਰਦੁਆਰਿਆਂ 'ਚੋਂ ਰਾਜਨੀਤੀ ਕੱਢਣੀ ਤੇ ਸਿੱਖ ਨੀਤੀ ਲਿਆਉਣੀ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ ਸਿਧਾਂਤ ਆ ਜੀ। ਉਹ ਗੰਦੀ ਰਾਜਨੀਤੀ ਨੇ ਅੱਜ ਉਹ ਸਾਡਾ ਬਹੁਤ ਨੁਕਸਾਨ ਕੀਤਾ ਆ, ਤੇ ਇਸ ਲਈ ਮੈਂ ਹਰ ਇੱਕ ਦੇ ਨਾਲ ਤੁਰਾਂਗਾ, ਪਰ ਸ਼ਰਤ ਉਹ ਧਾਰਮਿਕ ਚਿਹਰੇ ਸਿਆਸੀ ਬੰਦਿਆਂ ਦੇ ਇੱਕ ਵਿੰਗ ਜਾਂ ਹੱਥ ਠੋਕੇ ਨਹੀਂ ਹੋਣਗੇ ਜੀ। ਕਿਉਂਕਿ ਸਿੱਖ ਸਦਭਾਵਨਾ ਦਲ ਨਾ ਕਿਸੇ ਕੈਪਟਨ ਦੀ ਬੁੱਕਲ ਚੋਂ ਨਿਕਲਿਆ ਤੇ ਨਾ ਕਿਸੇ ਬਾਦਲ ਦੀ, ਬਿਲਕੁਲ ਜੀ ਬਿਲਕੁਲ, ਨਾ ਕਿਸੇ ਕਾਂਗਰਸ ਦੀ ਤੇ ਨਾ ਕਿਸੇ ਬੀਜੇਪੀ ਦੀ ਜੀ। ਇਹ ਗੁਰੂ ਰਾਮਦਾਸ ਜੀ ਦੀਆਂ ਰਹਿਮਤਾਂ ਚੋਂ ਨਿਕਲਿਆ, ਤੇ ਜਿਹੜੇ ਇੱਥੋਂ ਨਿਕਲਣਗੇ ਮੈਂ ਉਹਨਾਂ ਦੇ ਨਾਲ ਵੀ ਤੁਰਾਂਗਾ, ਨਾਲ ਵੀ ਤੁਰਾਂਗਾ। ਤੇ ਜੇ ਕੋਈ ਬਾਹਰੋਂ ਕਿਸੇ ਦਾ ਆਸ਼ੀਰਵਾਦ ਲੈ ਕੇ ਆ ਕੇ ਵੀ ਅਸੀਂ ਪੰਥਕ ਆ, ਉਹ ਬਿਲਕੁਲ ਪ੍ਰਵਾਨ ਨਹੀਂ ਹੋਣਾ ਜੀ। ਔਰ ਇਹ ਬਿਲਕੁਲ ਭਾਵੇਂ ਮੇਰੇ ਨਾਲ ਲਾਈਵ ਇਕੱਠੇ ਕਰ ਦਿਓ ਬਿਠਾ ਕੇ, ਕਿਹੜੀ ਗੱਲ ਹੈ, ਮੈਂ ਇਕੱਠੇ ਕਰਕੇ ਨਾਲ ਤੋਰਾਂਗਾ ਜੀ। ਬਿਲਕੁਲ ਜੀ। ਚੱਲਦੇ ਆਪਣਾ ਨੈਕਸਟ ਕਾਲ ਤੇ ਵੀ। ਹਾਂਜੀ 5998, ਸਵਾਗਤ ਹੈ ਵੀਰ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿੱਦਾਂ ਮੈਂ ਆਪਣੇ ਬਡਾਲਾ ਸਾਹਿਬ ਨੂੰ ਕਹਿਣਾ ਚਾਹੁੰਦਾ ਆ ਵੀ ਹੁਣੇ ਆਪਣੇ ਇੱਕ ਕਾਲਰ ਆਏ ਸੀ, ਉਹਨਾਂ ਨੇ ਰਾਮ ਦੀ ਗੱਲ ਕੀਤੀ ਆ। ਇਹ ਆਪਣੇ ਨਾਲੋਂ ਬਹੁਤ ਜ਼ਿਆਦਾ ਗੁਰਬਾਣੀ ਬਾਰੇ ਜਾਣਦੇ ਆ ਜੀ। ਇਹ ਇੱਕ ਥੋੜਾ ਜਿਹਾ ਦੱਸ ਦੇਣ ਵੀ ਜਿਹੜੀ ਗੁਰਬਾਣੀ ਆ ਉਹ ਰਾਮ ਕੇਸ ਦੀ ਗੱਲ ਕਰਦੀ ਆ, ਤੇ ਉਹਨੇ ਉਹ ਰਾਜੇ ਦੀ ਕੀ ਗੱਲ ਕਹੀ ਆ, ਉਹ ਮਾੜਾ ਜਿਹਾ ਸਪਸ਼ਟ ਕਰ ਦੇਣ, ਕਿਉਂਕਿ ਜਿਹੜੇ ਤੁਹਾਡੇ ਲਿਸਨਰ ਉਹਨਾਂ ਨੂੰ ਪਤਾ ਲੱਗ ਜਵੇ। ਤੇ ਜਿਹੜਾ ਦੂਜਾ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਜਿੱਦਾਂ ਹੁਣ ਆਪਣੇ ਭਾਈ ਰਣਜੀਤ ਸਿੰਘ ਹੋਣੀ ਆ, ਉਹ ਵੀ ਕਰ ਰਹੇ ਆ, ਜ਼ੋਰ ਲਾ ਰਹੇ ਆ ਨਾ ਜੀ, ਵੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋਨੇ ਇਕੱਠੇ ਹੋ ਕੇ ਕੋਈ ਇੱਕ ਕਹਿ ਲਓ ਵੀ ਕਮਾਂਡ ਥੱਲੇ, ਕਿਉਂ ਗੁਰੂ ਦੀ ਕਮਾਂਡ ਥੱਲੇ ਹੋਣਾ ਆ। ਦੋਨੇ ਜਿਹੜੀਆਂ ਰੂਹਾਂ ਆ ਉਹ ਗੁਰੂ ਨੂੰ ਪਿਆਰ ਕਰਨ ਵਾਲੀਆਂ ਨਾ ਜੀ, ਤੇ ਗੁਰੂ ਦੀ ਕਮਾਂਡ ਥੱਲੇ ਹੋ ਕੇ ਇਕੱਠੇ ਹੋ ਕੇ ਕੋਈ ਇੱਕ ਥਾਂ ਕਿਉਂ ਨਹੀਂ ਖੜ ਕੇ ਕਰਦੇ ਕਿ ਜਾਂ ਕਰ ਸਕਦੇ ਆ, ਉਹਦੇ ਬਾਰੇ ਵਿਚਾਰ ਲੈਣਾ ਚਾਹੁੰਦਾ ਇਹਨਾਂ ਦੇ। ਧੰਨਵਾਦ ਵੀਰ ਜੀ, ਧੰਨਵਾਦ ਜੀ। ਭਾਈ ਬਲਦੇਵ ਸਿੰਘ ਜੀ। ਭਾਈ ਸਾਹਿਬ ਜੀ, ਮੈਂ ਬੇਨਤੀ ਕਰਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇਵਲ ਤੇ ਕੇਵਲ ਪਰਮੇਸ਼ਰ ਦੀ ਗੱਲ ਕਰਦੇ ਨੇ, ਤੇ ਪਰਮੇਸ਼ਰ ਰੂਪ ਨੇ, ਉੱਥੇ ਕਿਸੇ ਦੂਜੇ ਦਾ ਕੁਛ ਨਹੀਂ ਹੈਗਾ, ਹਨਾ ਜੀ। ਔਰ ਦੂਸਰੀ ਗੱਲ ਜਿਹੜੀ ਮੈਂ ਪਹਿਲਾਂ ਹੀ ਕਹਿ ਚੁੱਕਾ ਆ, ਸਭ ਦੇ ਨਾਲ ਤੁਰਨਾ, ਸਭ ਨੂੰ ਨਾਲ ਤੁਰਨਾ ਜੀ ਸਾਡੀ ਫਿਤਰਤ ਆ। ਪਰ ਇੰਨਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਕਿ 1920 ਦੇ ਵਿੱਚ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਚੱਲੀ, ਗਾਂਧੀਆਂ ਦੇ ਮਗਰ ਲੱਗ ਕੇ ਉਹਨੂੰ ਆਜ਼ਾਦੀ ਦੀ ਲਹਿਰ ਬਣਾਇਆ। ਵਾਹਿਗੁਰੂ ਜੀ। ਜੀ ਜੀ ਬਿਲਕੁਲ ਜੀ, ਸੁਣ ਰਹੇ ਜੀ। ਆਜ਼ਾਦੀ ਦੀ ਲਹਿਰ ਨੇ ਦੇਸ਼ ਦੀ ਉਸ ਚੱਕਰ 'ਚ ਵੰਡ ਹੋ ਗਈ, ਸਿੱਖਾਂ ਦਾ ਦੇਸ਼ ਗਿਆ ਤੇ ਗੁਰਦੁਆਰੇ ਵੀ ਗਏ ਜੀ।
ਉਹ ਗਲਤੀ ਮੈਂ ਨਹੀਂ ਕਰਨੀ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਕਿਸੇ ਸਿਆਸੀ ਧਿਰ ਦੇ ਅੱਗੇ ਉਹਨੂੰ ਸਰੈਂਡਰ ਕਰਕੇ ਤੇ ਬਾਅਦ ਵਿੱਚ ਉਹਦੇ ਗੋਡੇ ਫੜਨੇ ਪੈਣ ਕਿ ਸਾਨੂੰ ਸਾਡਾ ਹਿੱਸਾ ਦੇ ਦਿਓ ਜੀ। ਇਸ ਲਈ ਧਾਰਮਿਕ ਤੌਰ ਤੇ ਜਿਹਨੂੰ ਕਹੋਗੇ ਮੈਂ ਤੁਰਾਂਗਾ ਤੋਰਾਂਗਾ, ਪਰ ਸਿਆਸੀ ਤੌਰ ਤੇ ਧਾਰਮਿਕ ਵਿੰਗ ਬੇਸ਼ੱਕ ਆਪਣੇ ਆਪ ਨੂੰ ਧਾਰਮਿਕ ਆਖੀ ਜਾਣ, ਨਾ ਤੁਰਨਾ ਹੈ ਤੇ ਨਾ ਤੋਰਨਾ ਹੈ, ਤੁਰਾਂਗਾ ਧਾਰਮਿਕ ਨਾਲ ਜੀ, ਜਿਹਨੂੰ ਮਰਜ਼ੀ ਲਿਆਓ, ਕਿਸੇ ਨੂੰ ਕੋਈ ਨਾ ਨਹੀਂ। ਵੀਰ ਜੀ ਮੈਂ 2 ਮਿੰਟ ਦੇ ਵਿੱਚ ਜਿਹੜਾ ਰਾਮ ਸ਼ਬਦ ਦਾ ਤੁਹਾਨੂੰ, ਕਿਉਂਕਿ ਤੁਸੀਂ ਬੜੇ ਵਿਦਵਾਨ ਹੋ, ਬਹੁਤ ਸੋਹਣੀ ਪਕੜਾ ਤੁਹਾਡੀ, ਤੁਸੀਂ ਕੀਰਤਨ ਵੀ ਬਹੁਤ ਸੋਹਣਾ ਕਰਦੇ ਹੋ, 2 ਮਿੰਟ ਦੇ ਵਿੱਚ ਜ਼ਰੂਰ ਦੱਸਿਓ ਜਿੱਦਾਂ ਵੀਰ ਨੇ ਕਿਹਾ, ਥੋੜਾ ਸਪਸ਼ਟ ਹੋ ਜਾਵੇ ਵੀ ਇਹ ਕਿਹੜੇ ਰਾਮ ਦੀ ਗੱਲ ਕੀਤੀ ਹੈ, ਕਿਉਂਕਿ ਤੁਸੀਂ ਦੱਸਿਆ ਹੈ ਪਰ ਉਹ ਸਾਡੇ ਹਰ ਬੰਦੇ ਦੇ ਸਮਝ 'ਚ ਨਹੀਂ ਆਉਂਦਾ ਜੀ। ਵੀਰ ਜੀ ਰਾਮ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਬਹੁਤਾਤ ਆਇਆ ਆ ਜੀ। ਇੱਕ ਥਾਂ ਤੇ ਰਾਮ ਸ਼ਬਦ ਉੱਥੇ ਵੀ ਵਰਤਿਆ, ਰੋਵੇ ਰਾਮ ਨਿਕਾਲਾ ਭਇਆ, ਇਹ ਰਾਮਚੰਦਰ ਦੀ ਗੱਲ ਆ ਗਈ ਜੀ। ਇੱਕ ਸ਼ਬਦ ਉੱਥੇ ਵੀ ਆ ਗਿਆ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਇੱਥੇ ਰਾਜਾ ਰਾਮਚੰਦਰ ਨਹੀਂ, ਇੱਥੇ ਰਾਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆ ਜੀ। ਇਸੇ ਤਰ੍ਹਾਂ ਬਹੁਤਾਤ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਆਉਂਦੇ ਨੇ ਜੀ। ਜਿੱਥੇ ਕਿਤੇ ਰਾਮਚੰਦਰ ਦੀ ਗੱਲ ਹੈ ਉੱਥੇ ਰਾਮ ਗਇਓ ਰਾਵਣ ਗਇਓ ਜੀ, ਉਹ ਰਾਮਚੰਦਰ ਆ। ਤੇ ਜਿੱਥੇ ਸਭੇ ਘਟ ਰਾਮ ਬੋਲੇ ਉਹ ਪਰਮੇਸ਼ਰ ਹੈ ਜੀ। ਹਾਂ, ਇਸ ਲਈ ਤਾਂ ਸਾਰੇ ਸਿੱਖ ਬਾਣੀ ਪੜ੍ਹਦੇ ਆ। ਮੈਂ ਕੋਈ ਗਿਆਨੀ ਨਹੀਂ ਆ, ਨਾ ਕੋਈ ਕਥਾਵਾਚਕ ਆ, ਨਾ ਕੋਈ ਇਤਿਹਾਸਕਾਰ ਆ, ਪਰ ਚਲੋ ਜਿੰਨੀ ਕੁ ਗੁਰੂ ਬਖਸ਼ਿਸ਼ ਕਰਦਾ ਉਸ ਢੰਗ ਨਾਲ ਆਪਣੀ ਬੁੱਧ ਹੈ ਜੇਤੀ। ਪਰ ਇੱਥੇ ਬੇਨਤੀ ਕਰ ਦੇਣਾ ਕਿ ਉਹ ਤਾਂ ਗੁਰਬਾਣੀ ਸਤਿਗੁਰੂ ਆਪ ਹੀ ਨਿਬੇੜਾ ਕਰੀ ਜਾਂਦੇ ਨੇ, ਰਾਮ ਗਇਓ ਰਾਵਣ ਗਇਓ, ਰਾਮਚੰਦਰ ਦੀ ਗੱਲ ਆ ਜੀ। ਜਾਨੀ ਜਾਨੀ ਦੇ ਰਾਜਾ ਰਾਮ ਕੀ ਹਾਂ ਕਹਾਣੀ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆ ਜੀ। ਤੇ ਜਿੱਥੇ ਰਾਮਚੰਦਰ ਦੀ ਗੱਲ ਨਾਮਦੇਵ ਜੀ ਨੇ ਬਾਹਮਣ ਨੂੰ ਕਹੀ, ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਥਾ, मोदी के कर खाना पाका वाका लड़का मारिया था, घर की जोए गवाई थी। वो रामचंद्र दी गल जिथे किते आई आ, वो इतिहासक भी ਉਹਦੇ ਜਿਹੜੇ ਹੈਗੇ ਨੇ ਤੱਥ ਉਹ ਸਾਹਮਣੇ ਆਉਂਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੀ ਮਾਨਤਾ ਆ ਪਰਮੇਸ਼ਰ ਰੂਪ ਕੇਵਲ ਅਕਾਲ ਪੁਰਖ ਵਾਹਿਗੁਰੂ ਲਈ ਰਾਮ ਸ਼ਬਦ ਵਰਤਿਆ ਹੈ। ਉੱਥੇ ਪਰਮੇਸ਼ਰ ਜਿਹੜਾ ਆ ਰਾਮਚੰਦਰ ਦੇ ਵਿੱਚ ਵੀ ਪਰਮੇਸ਼ਰ ਹੋ ਸਕਦਾ ਹੈ, ਪਰ ਰਾਮਚੰਦਰ ਪਰਮੇਸ਼ਰ ਨਹੀਂ ਆ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਰਾਮ ਹੈ ਜੀ। ਆਪਾਂ ਕਾਲਾਂ ਤੇ ਚੱਲਦੇ ਸਾਰੀਆਂ ਫਲੈਸ਼ ਕਰ ਰਹੀਆਂ। ਭਾਈ ਸਾਹਿਬ ਥੋੜਾ ਜਿਹਾ ਸ਼ਾਰਟ 'ਚ ਹੀ ਰੱਖਿਓ, ਕਿਉਂਕਿ ਬੜੇ ਵੀਰ ਆ ਜਿਨ੍ਹਾਂ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ, ਕਿਉਂਕਿ ਤੁਹਾਡਾ ਉਪਰਾਲਾ ਇੰਨਾ ਵਧੀਆ ਆ ਜਿਹੜੀਆਂ ਮੇਨ ਇੱਟਾਂ ਵਾਲਾ ਜੀ, ਕਿਉਂਕਿ ਆਉਣ ਵਾਲੇ 20-50 ਸਾਲਾਂ ਨੂੰ ਮੁੜ ਕੇ ਕਹਿ ਦੇਣਾ ਜੀ ਇਹ ਰਾਮ ਮੰਦਿਰ ਬਣ ਗਿਆ। ਪਰ ਵੀਰ ਜੀ ਤੁਸੀਂ ਮੇਰੀ ਬੇਨਤੀ ਆ ਕਿ ਮੈਨੂੰ ਤੁਸੀਂ ਆ ਕਥਾ ਸੁਣਨ ਦੀ ਬਜਾਏ ਜਿਹੜਾ ਮੈਂ ਮੁੱਦਾ ਲੈ ਕੇ ਆਇਆ ਆ ਉਸੇ ਤੇ ਕਰ ਰਹੇ ਜੀ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ, ਤੁਸੀਂ ਮੇਰੇ ਨਾਲ ਉਹਦੇ ਤੇ ਗੱਲ ਕਰੋ। ਬਿਲਕੁਲ ਜੀ, ਉਸੇ ਤੇ ਕਰ ਰਹੇ ਕਿਉਂਕਿ ਤੋਖਲਾ ਕੱਢਿਆ ਜੀ ਦਿਮਾਗ ਚ। ਕਥਾ ਤੇ ਤੁਹਾਨੂੰ ਗਿਆਨੀਆਂ ਨੇ ਬਥੇਰੀ ਸੁਣਾ ਦੇਣੀ ਹੈ। ਬਿਲਕੁਲ ਜੀ, ਸੁਣੋ ਆ ਕਰੀਏ ਗੱਲ, ਆਪਾਂ ਅੱਗੇ ਕਾਲ ਤੇ ਚੱਲਦੇ ਆ। ਬੇਨਤੀ ਹੈ ਜੀ ਸ਼ਾਰਟ ਦੇ ਵਿੱਚ ਸਵਾਲ ਰੱਖਿਓ ਤਾਂ ਆਪਾਂ ਸ਼ਾਰਟ ਦੇ ਵਿੱਚ ਹੀ ਜਵਾਬ ਲੈਣਾ ਵੀਰ ਹੋਣਾ ਦਾ, ਕਿਉਂਕਿ ਆਪਣੇ ਕੋਲ 15 ਮਿੰਟ ਹੋਰ ਰਹਿ ਗਏ ਆ। ਹਾਂਜੀ 2899 ਹਾਂਜੀ ਸਵਾਗਤ ਹੈ ਜੀ। ਹੈਲੋ ਹਾਂਜੀ 2899 ਤੁਸੀਂ ਆਉਣੇ ਰਹੋ ਜੀ। ਹਾਂਜੀ 3331 ਸਵਾਗਤ ਹੈ ਵੀਰ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ ਨੂੰ ਆਪਣੇ ਨਾ ਮੈਂ ਇੱਕ ਸਵਾਲ ਪੁੱਛਦਾ ਜੀ। ਵੀਰ ਜੀ ਆਪਣੇ ਦੇਖੋ ਆਪਣੇ 100 ਸਾਲ ਹੋ ਗਿਆ ਜੀ ਆਪਣੇ ਪਿਛਲੇ ਨਵੰਬਰ ਚ ਆਪਣੇ ਕਮੇਟੀ ਆਪਣੇ ਗੁਰਦੁਆਰਾ ਕਮੇਟੀ ਬਣੀ ਨੂੰ ਜੀ ਜੀ। ਉਹ ਵੀਰੇ ਤੁਹਾਨੂੰ ਤਾਂ ਬਹੁਤ ਜ਼ਿਆਦਾ ਪਤਾ, ਦੇਖੋ ਇਹਨਾਂ ਨੇ ਜਦੋਂ ਨਾ ਅਕਾਲ ਤਖਤ ਸਾਹਿਬ ਤੋਂ ਤੇ ਹਰਿਮੰਦਰ ਸਾਹਿਬ ਤੋਂ ਭਜਾਤੇ ਸੀ ਆਪਣੇ ਪੁਜਾਰੀ, ਤੇ ਇਹਨਾਂ ਨੇ 15 ਨਵੰਬਰ 1920 ਨੂੰ ਰੱਖੀ ਸੀ ਆਪਣੇ ਸਰਬੱਤ ਖਾਲਸਾ। ਕਰਤਾਰ ਸਿੰਘ ਹੋਣਾ ਨੇ, ਤੇਜਾ ਸਿੰਘ ਭੁੱਚਰ ਹੋਣਾ ਨੇ, ਪ੍ਰਿੰਸੀਪਲ ਤੇਜਾ ਸਿੰਘ ਹੋਣਾ, ਸਾਰਿਆਂ ਨੇ ਜੀ ਇਕੱਠ ਰੱਖਿਆ ਸੀ। ਤੇ ਉਹ 15 ਨਵੰਬਰ ਦੀ ਜਗ੍ਹਾ 13 ਨਵੰਬਰ ਨੂੰ 2 ਦਿਨ ਪਹਿਲਾਂ ਹੀ ਆਪਣਾ ਮਹਾਰਾਜਾ ਭੁਪਿੰਦਰ ਸਿੰਘ ਸੀ ਤੇ ਸੁੰਦਰ ਸਿੰਘ ਮਜੀਠੀਆ, ਨਿਹਾਲ ਸਿੰਘ ਸੀ ਪਟਿਆਲੇ ਵਾਲਾ, ਬਚਿੱਤਰ ਸਿੰਘ ਜੀਂਦ ਵਾਲਾ, ਤੇ ਇੱਕ ਸੰਧਾ ਵਰਗੀਆ ਸੀਗਾ ਵਿੱਚ ਜੀ, ਔਰ ਰਾਵਲਪਿੰਡੀ ਵਾਲੇ ਸੋਹਣ ਸਿੰਘ ਹੋਣੀ। 2 ਦਿਨ ਪਹਿਲਾਂ ਇਹਨਾਂ ਨੇ ਭਾਜੀ ਆਪਦੇ 36 ਮੈਂਬਰ ਕਮੇਟੀ ਦੇ ਵਿੱਚ ਆਪਣੇ ਗਵਰਨਰ ਨੂੰ ਕਹਿ ਕੇ ਪਵਾ ਦਿੱਤੇ ਸੀ।
ਜਿਹੜੀ ਸ਼ੁਰੂ ਵਾਲੀ ਕਮੇਟੀ ਬਣੀ ਆ, ਆਪਾਂ ਨੂੰ ਇਹਦੇ ਤੋਂ ਸੋਚ ਨਹੀਂ ਹੋਣਾ ਚਾਹੀਦਾ। ਉਹਦੇ ਵਿੱਚ ਹੀ ਸਰਕਾਰੀ ਬੰਦੇ ਇਹਨਾਂ ਨੇ ਪਾ ਦਿੱਤੇ ਸੀਗੇ ਜੀ। ਨਾਭੇ ਵਾਲਾ ਰਪਿੰਦਰ ਸਿੰਘ ਜੀ ਨੇ ਆਪਣਾ ਨਾ, ਜੇ ਸਿੱਖਾਂ ਦਾ ਇਹਨਾਂ ਕਰਤਾਰ ਸਿੰਘ ਹੋਣਾ ਦਾ, ਤੇਜਾ ਸਿੰਘ ਪੁੱਤਰ ਹੋਣਾ ਦਾ ਸਾਥ ਦਿੱਤਾ ਸੀ ਤੇ ਉਹਨੂੰ ਆਪਣੀ ਰਿਆਸਤ ਟਾਗਣੀ ਪਈ ਸੀ। ਉਹ ਵੀਰੇ ਆਪਾਂ ਨੂੰ ਹੁਣ ਇਹ ਗੱਲ ਚੇਤੇ ਰੱਖਣੀ ਚਾਹੀਦਾ, ਇਹਦੇ ਮਗਰ ਸਰਕਾਰੀ ਹੱਥ ਵਾ ਉਦੋਂ ਦਾ ਹੀ। ਕਮੇਟੀ ਦੇ ਵਿੱਚ ਮੈਂਬਰ ਉਦੋਂ ਉਹ ਮਾਸੂ ਵਾਲੇ ਜਿਹੜੇ 60 ਪਾਏ ਆ ਵੀਰੇ, ਉਦੋਂ ਇਹਨਾਂ ਨੇ ਜੈਦਨਾ ਉਹਨਾਂ ਨੂੰ ਪਾਇਆ ਸੀ ਜਿਹੜਾ ਮੱਥਾ ਵੀ ਟਿਕਾਉਂਦਾ ਸੀ। ਹੈ ਇਹਨਾਂ ਨੇ ਵੀਰੇ ਉਦੋਂ ਸਾਧ ਵੀ ਪਾਏ ਆ, ਆਪਦੇ ਰਾਜਸੀ ਬੰਦੇ ਵੀ ਪਾਏ ਆ, ਤੇ ਆਪਣੇ ਨਾ ਮਜੀਠੀਆ ਸੁੰਦਰ ਸਿੰਘ ਮਜੀਠੀਆ ਵੀ ਪ੍ਰਧਾਨ ਬਣਾਇਆ ਸੀ, ਜੋਰ ਨਾਲ ਬਣਾਏ ਸੀ ਵੀਰੇ। ਜੇ ਆਪਾਂ ਕਹਿ ਦਈਏ ਕਮੇਟੀ ਸਾਡੀ 1920 ਚ ਬਣ ਗਈ ਸੀ ਹਨਾ, ਤੇ ਇਹਦੇ ਚ ਵੀਰੇ ਅੱਧ ਨਾਲੋਂ ਜ਼ਿਆਦਾ ਤਰਾਲਾ ਉਦੋਂ ਹੀ ਇਹਨਾਂ ਨੇ ਲਾ ਦਿੱਤਾ ਸੀ ਜੀ ਵੀਰੇ। ਦੇਖ ਨਾ ਗੱਲ ਕਰਦੇ ਆ ਉਹਨਾਂ ਨੂੰ ਨਾਲ ਲੈ ਕੇ ਬੜੀ ਜੱਦੋਜਹਿਦ ਕਰਨੀ ਪੈਣੀ ਵੀਰੇ, ਇੰਨਾ ਸੌਖਾ ਨਹੀਂ ਕੰਮ, ਕਿਉਂਕਿ ਇਹਦੇ ਮਗਰ ਸਾਰੇ ਜਿਹੜੇ ਨਾ ਸਰਮਾਏਦਾਰ ਵਾ, ਸਾਰੇ ਆਪਣੇ ਸਰਕਾਰ ਵਾ, ਸਾਰੇ ਵੀਰੇ ਇਹਦੇ ਤੇ ਕਬਜ਼ਾ ਰੱਖਣਾ ਚਾਹੁੰਦੇ ਆ, ਤੇ ਆਮ ਸਿੱਖ ਦਾ ਇਹਦੇ ਤੇ ਕਬਜ਼ਾ ਕਰਨਾ ਵੀਰੇ ਬੜੀ ਸਟਰਗਲ ਕਰਨੀ ਪੈਣੀ ਹੈ ਤੁਹਾਨੂੰ। ਇਹ ਆਪਣਾ ਨਾ ਸੋਚਿਓ ਵੀਰੇ, ਸਾਥ ਨੂੰ ਲਾਓ ਆਪਣੇ ਗਰੀਬ ਤੋਂ ਗਰੀਬ ਦਾ ਵੀ। ਜੀ ਮਾਫ ਕਰਨਾ ਕੋਈ ਗਲਤੀ ਹੋ ਗਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਬਿਲਕੁਲ ਵਡਾਲਾ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਵੀਰ ਨੇ ਦੇਖ ਲਓ ਪਿਛੋਕੜ ਦਾ ਹਵਾਲੇ ਦਿੱਤੇ ਸਾਰੇ। ਪਿਛੋਕੜ ਨੂੰ ਪੜ੍ਹ ਕੇ ਹੀ ਤਾਂ ਚੱਲੇ ਆ ਭਾਈ ਸਾਹਿਬ ਜੀ। ਜੀ ਜੀ। ਸਿਲੈਕਸ਼ਨ ਵਾਲੇ ਲੋਕ ਇਲੈਕਸ਼ਨ 'ਚ ਫਸਾਏ ਗਏ ਆ। ਦੂਜੀ ਗਲਤੀ, ਅਸੀਂ ਇਲੈਕਸ਼ਨ ਤੋਂ ਪਾਸਾ ਵਟਿਆ ਜੀ। ਤੀਜੀ ਗਲਤੀ, ਸਾਡੀ ਸਿਆਸੀ ਵੋਟ ਵੀ ਸਿਆਸੀ ਲੋਕਾਂ ਨੂੰ ਤੇ ਧਾਰਮਿਕ ਵੋਟ ਵੀ ਸਿਆਸੀ ਲੋਕਾਂ ਨੂੰ ਜੀ। ਹੁਣ ਨਿਕਲਣ ਵਾਸਤੇ ਰਸਤਾ ਵੀ ਇਹੀ ਆ, ਲੜਾਂਗੇ। ਮੰਨ ਲੈਂਦੇ ਆ ਵੀ ਤੁਹਾਡੇ ਜਾਂ ਸਾਡੇ ਬਾਪ ਨੂੰ 95% ਬਿਮਾਰੀ ਨੇ ਘੇਰ ਲਿਆ ਜੀ, ਪਰ ਕਿਹੜਾ ਬੱਚਾ ਕਹਿੰਦਾ ਜੀ ਮੇਰੇ ਬਾਪ ਨੂੰ ਟੀਕਾ ਲਾ ਦਿਓ? ਬਿਲਕੁਲ ਬਚਣਾ ਤਾਂ ਹੈ ਨਹੀਂ ਜੀ। ਅਸੀਂ ਲੜਾਂਗੇ, ਫਿਰ ਕੀ ਹੋਇਆ? 100 ਸਾਲ ਪਹਿਲਾਂ ਵੀ ਮੰਤ ਕੱਢਿਆ ਸੀ, ਫੇਰ ਕੱਢਾਂਗੇ। ਬਿਲਕੁਲ ਜੀ। ਚੱਲਦੇ ਜੀ ਆਪਾਂ ਨੈਕਸਟ। ਸਾਡੇ ਹੌਸਲੇ ਬੁਲੰਦ, ਸਾਡੀ ਸੋਚ ਬਲਵਾਨ। ਬਿਲਕੁਲ ਜੀ, ਧੰਨਵਾਦ ਵੀਰ ਜੀ। ਚੱਲੀਏ ਆਪਾਂ ਲੜਾਂਗੇ ਅਸੀਂ ਭਾਈ ਸਾਹਿਬ। ਹਾਂ ਬਿਲਕੁਲ ਜੀ। 4546 ਸਵਾਗਤ ਹੈ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਭਾਜੀ, ਬਹੁਤ ਥੈਂਕ ਯੂ ਭਾਜੀ, ਤੁਹਾਡਾ ਬਹੁਤ ਬਹੁਤ ਹੈ, ਕਿਉਂਕਿ ਇਹ ਵੀ ਬਹੁਤ ਜ਼ਰੂਰੀ ਨੇ। ਜਿੱਦਾਂ ਦੇਖੋ ਇੱਟਾਂ ਲਾ ਰਹੇ ਨੇ, ਇਹ ਪਹਿਲੀ ਗੱਲ ਤਾਂ ਉੱਥੇ ਲੱਗਣੀ ਨਹੀਂ ਚਾਹੀਦੀ। ਤੁਹਾਡੀ ਆਵਾਜ਼ ਘੱਟ ਆ ਰਹੀ ਵੀਰ, ਆਵਾਜ਼ ਮਾੜੀ ਚੈੱਕ ਕਰਿਓ। ਓਕੇ ਓਕੇ। ਹੈਡਫੋਨ ਆ ਸ਼ਾਇਦ। ਮੈਂ ਕਿਹਾ ਜੀ ਜਿੱਦਾਂ ਹੁਣ ਇੱਟਾਂ ਲਾ ਰਹੇ ਨੇ ਉੱਥੇ, ਇਹਦਾ ਹੌਲੀ ਹੌਲੀ ਕਹਿਣ ਦਾ ਮਤਲਬ ਮੁੜ ਕੇ ਉਹੀ ਆ ਜਿੱਦਾਂ ਆਪਣੇ ਆਹ ਤੁਹਾਡੇ ਸਾਹਮਣੇ ਆ ਆਪਣੇ ਜਿਹੜੀ ਮਸਜਿਦ ਦਾ ਹੋਇਆ ਸੀਗਾ, ਮੁੜ ਕੇ ਨਹੀਂ ਕਹਿਣਾ ਜੀ ਆਹੀ ਹੈ। ਤਾਂ ਜਾਣੀ ਕਿ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ। ਏਦਾਂ ਦੇ ਮਸਲੇ ਤਾਂ ਇਹਨਾਂ ਨੂੰ ਖੁਦ ਮੁਖਤਿਆਰੀ ਲੈਣੀ ਪੈਣੀ ਆ। ਤੇ ਇੱਕ ਹੋਰ ਜਿੱਦਾਂ ਦੀਪ ਸਿੱਧੂ ਬਾਈ ਕਹਿੰਦਾ ਸੀ, ਜਿੰਨੀਆਂ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਬਾਹਰ ਆਏ ਹੋਏ ਨੇ, ਜਿੱਦਾਂ ਮੰਗਾਏ ਹੋਏ ਨੇ, ਜਿੱਦਾਂ ਪਿਛਲੇ 50-60 ਸਾਲ ਤੋਂ, ਉਹਨਾਂ ਨੂੰ ਬੇਨਤੀ ਆ ਵੀ ਕਿਸੇ ਦੀ ਵੀ ਗੱਲ 'ਚ ਆ ਕੇ ਉਹਨਾਂ ਨੂੰ ਅਗਨ ਭੇਟ ਨਾ ਕਰੋ, ਉਹਨਾਂ ਨੂੰ ਰੱਖੋ, ਸਾਂਭੋ, ਕਿਉਂਕਿ ਉਹ ਪੁਰਾਣੀਆਂ ਜਿਹੜੀ ਚੀਜ਼ਾਂ ਨੇ, ਉਹ ਕਹਿਣ ਦਾ ਮਤਲਬ ਹੈ ਕਿ ਆਪਾਂ ਗਾਂ ਨਹੀਂ ਕੋਸ਼ਿਸ਼ਾਂ ਪੂਰੀਆਂ ਕਰਨੀਆਂ, ਚੇਂਜ ਕਰਦੀਆਂ। ਤੇ ਇਸ ਕਰਕੇ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ। ਹੋਰ ਕੋਈ ਨਹੀਂ ਏਦਾਂ ਗੱਲਬਾਤ ਕਰਦਾ। ਧੰਨਵਾਦ ਜੀ। ਧੰਨਵਾਦ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਬਿਲਕੁਲ ਜਿਹੜੀ ਇਹਨਾਂ ਨੇ ਗੱਲ ਕੀਤੀ ਭਾਈ ਬਲਦੇਵ ਸਿੰਘ ਜੀ, ਜਿਹੜੇ ਪੁਰਾਣੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਉਹਨਾਂ ਨੂੰ ਸਾਂਭਿਆ ਜਾਵੇ, ਅਗਰ ਭੇਟ ਨਾ ਕੀਤਾ ਜਾਵੇ, ਕਿਉਂਕਿ ਉਹਦੇ ਨਾਲ ਵੀ ਸ਼ਰਾਰਤ ਹੋ ਸਕਦੀ ਹੈ, ਕਿਉਂਕਿ ਆਪਾਂ ਨੂੰ ਮੁੜ ਕੇ ਪਤਾ ਹੀ ਨਹੀਂ ਲੱਗਣਾ ਵਿੱਚ ਇਹਨਾਂ ਨੇ ਕੀ ਰਲਗੜ ਕਰਤਾ ਜੀ। ਉਹ ਸ਼ਰਾਰਤ ਵਿਦ ਪਲੈਂਡ ਹੈ ਜੀ, ਕਿਉਂਕਿ ਜਿਹੜੀ ਆ ਸਿੱਖ ਵਿਰੋਧੀ ਤਾਕਤਾਂ ਆ ਜਿਨ੍ਹਾਂ ਦੀ ਕਠਪੁਤਲੀ ਬਦਲ ਕੇ ਆ ਜੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪ ਲੱਭ ਕੇ ਸੰਸਕਾਰ ਕਰਵਾ ਰਹੇ ਨੇ। ਕਦੀ ਕਿਸੇ ਪਟਵਾਰਖਾਨੇ ਨੇ, ਕਿਸੇ ਕਚਹਿਰੀ ਨੇ, ਕਿਸੇ ਮੈਡੀਕਲ ਸਾਇੰਸ ਨੇ, ਕਿਸੇ ਯੂਨੀਵਰਸਿਟੀ ਨੇ ਆਪਣਾ ਪੁਰਾਣਾ ਰਿਕਾਰਡ ਸਾੜਿਆ। ਫਿਰ ਇਹ ਵਿਦ ਪਲੈਂਡ ਮਹਾਰਾਜ ਜੀ ਦੇ ਸਰੂਪ ਸੰਸਕਾਰ ਕੀਤੇ ਜਾ ਰਹੇ ਨੇ, ਤਾਂ ਜੋ ਆਉਣ ਵਾਲੇ 20 ਸਾਲਾਂ ਨੂੰ ਦੁਸ਼ਮਣ ਨੇ ਇੱਕ ਪੁਰਾਣੀ ਕਾਪੀ ਕੱਢਣੀ ਆ, ਜਿਹਨੂੰ 5000 ਸਾਲ ਪੁਰਾਣੀ ਕਹਿਣਾ ਆ, ਜਿਹੜੀ ਤੁਹਾਡੇ ਤੋਂ ਆ। ਇਹ ਮਸ਼ੀਨੀ ਛਾਪਾ ਹੋਊ, ਔਰ ਉਹਨਾਂ ਨੇ ਉਹਨੂੰ 5ਵਾਂ ਵੇਦ ਘੋਸ਼ਿਤ ਕਰਨਾ ਹੈ, ਤੇ ਦਾੜੀਆਂ ਵਾਲੇ ਕਿਰਪਾਨਾਂ ਵਾਲਿਆਂ ਤੋਂ ਉਹਦੀ ਡਿਬੇਟ ਕਰਾਉਣੀ ਆ, ਤੇ ਤੁਹਾਡੇ ਕੋਲ ਪ੍ਰੂਫ ਮੰਗਣਾ ਹੈ। ਜਿਵੇਂ ਅੱਜ ਦੇ ਅਖੌਤੀ ਵਿਦਵਾਨ ਕਹਿੰਦੇ ਨੇ, ਮਾਂ ਦੱਸ ਮੇਰਾ ਪਿਓ ਕੌਣ ਸੀ ਜੀ, ਇਹ ਉਹ ਸਵਾਲ ਹੈ ਜਿਹਦਾ ਜਵਾਬ ਕੋਈ ਨਹੀਂ। ਬਿਲਕੁਲ ਜੀ। ਚੱਲਦੇ ਨੈਕਸਟ ਕਾਲ ਤੇ। ਹਾਂਜੀ 2156 ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਸਭ ਕੁਝ ਉਲਟ ਪੁਲਟ ਹੋ ਗਿਆ। ਸਾਡੇ ਧਰਮ ਦੀਆਂ ਚੋਣਾਂ ਉਹ ਵੀ RS ਦੀ ਇਜਾਜ਼ਤ ਤੋਂ ਬਗੈਰ ਨਹੀਂ ਪੈ ਸਕਦੀਆਂ ਜੀ। ਇਹ ਬਾਦਲਾਂ ਦੀ ਦੇਣ ਵਾ। ਜੋ ਕੁਝ ਵੀ ਕਰਹਿਤਾ ਹੋ ਰਹੀਆਂ ਸਾਡੇ ਧਰਮ ਦੇ, ਜੇ ਬਾਦਲਾਂ ਦੀ ਦੇਣ ਵਾ। ਕਿਤੇ ਬੇਅਦਬੀਆਂ ਹੋ ਰਹੀਆਂ, ਬਾਦਲਾਂ ਦੀ ਦੇਣ ਵਾ। ਸਰੂਪ ਨਹੀਂ ਰੱਬਦੇ
ਬਾਦਲਾਂ ਹੀ ਦੇਣ ਵਾ, ਸੰਸਕਾਰ ਕਰੀ ਜਾਂਦੇ ਬਾਦਲਾਂ ਹੀ ਦੇਣ ਫਿਰ ਵੀ ਜਿੱਥੇ ਬਾਦਲਾਂ ਦਾ ਕਿਤੇ ਇਕੱਠ ਹੁੰਦਾ ਉੱਥੇ ਲੱਖਾਂ ਬੰਦੇ ਜਾ ਕੇ ਕਾਹਤੇ ਉੱਥੇ ਮੋਹਰੇ ਚੌਕੀਆਂ ਲਾ ਕੇ ਉਹਨਾਂ ਦੇ ਨੱਕ ਸਾਣ ਲਾ ਪੈਂਦੇ ਆ। ਇਹਨਾਂ ਨੂੰ ਧਰਮ ਦੀ ਲੋੜ ਨਹੀਂ, ਇਹਨਾਂ ਨੂੰ ਬਾਦਲਾਂ ਦੀ ਲੋੜ ਆ। ਅੱਗੇ ਤਾਂ ਮਹਾਤਾਂ ਤੋਂ ਸਾਨੂੰ ਆਪਣਾ ਧਰਮ ਆਜ਼ਾਦ ਕਰਾਉਣਾ ਪਿਆ ਸੀ ਨਾ। ਪਹਿਲਾਂ ਕਿਸੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਮਸਾਂ ਦੇ ਜਿਹੜੇ ਸਾੜੇ ਗਏ ਸੀ, ਹੁਣ ਇਹ ਜਿਹੜੇ ਸਾਡਾ ਧਰਮ ਮਸੰਦਾਂ ਦੇ ਹੱਥ ਆਇਆ, ਇਹਨਾਂ ਤੋਂ ਸਾਡੇ ਗੁਰੂਆਂ ਵਰਗਾ ਸੱਜਾ ਸਾਡੇ ਗੁਰੂ ਦੁਆਰਾ ਆਉਗੇ, ਇਹਨਾਂ ਮਸੰਦਾਂ ਨੂੰ ਸਾੜ ਸਕਦੇ ਆ। ਨਹੀਂ ਤਾਂ ਇਹਨਾਂ ਦੀ ਸ਼ਕਤੀ ਬਹੁਤ ਵੱਧ ਗਈ ਆ। ਇਹ ਆਪ ਹੀ ਸਰਕਾਰ ਆਪ ਹੀ ਉਹ ਆਪਣੇ ਆਪ ਨੂੰ ਮੀਰੀ ਪੀਰੀ ਕਹੀ ਜਾਂਦੇ ਆ, ਕਹਿੰਦੇ ਅਸੀਂ ਦੋਨੇ ਪਾਸੇ ਚੱਲਦੇ ਆ, ਰਾਜ ਵੀ ਕਰਦੇ ਆ ਤਾਂ ਧਰਮ ਵੀ ਸਾਂਭਦੇ ਆ। ਇਹਨਾਂ ਦੀ ਕੋਈ ਵੀ ਕੰਮ ਕੋਈ ਵੀ ਕਰਤੂਤ ਉਹਨਾਂ ਕੰਮਾਂ ਨਾਲ ਰਲਦੀ ਤਾਂ ਹੈ ਨਹੀਂ। ਇਹ ਮੇਰੀ ਕੀ ਦਾ ਸਿਧਾਂਤ ਦੱਸੀ ਜਾਂਦੇ ਆ, ਜ਼ਿਆਦਾ ਦੱਸਣ ਸਾਡੀ ਕੋਈ ਕਰਤੂਤ ਰਲਦੀ ਆ, ਜਿੱਦਾਂ ਗੁਰੂ ਕਰਦੇ ਤੇ ਉਦਾਂ ਕਰਦੇ ਆ, ਉਹਨਾਂ ਤੋਂ ਉਲਟ ਕਰਦੇ ਆ। ਫਿਰ ਮੀਰ ਪੀਰੀ ਆਪਣੇ ਆਪ ਨੂੰ ਦੱਸੀ ਜਾਂਦੇ ਆ। ਉਹ ਰਤਨ ਕੌਮ ਦੇ ਰਤਨ ਬਣੀ ਜਾਂਦੇ, ਕੌਮ ਦੇ ਹੀਰੇ ਬਣੀ ਜਾਂਦੇ ਆ। ਇਹ ਪਤਾ ਨਹੀਂ ਕੀ ਬਣੂਗਾ ਜੀ। ਮੈਂ ਬਹੁਤ ਸਮਝ ਤੋਂ ਬਾਹਰ ਆ। ਮੈਨੂੰ ਤਾਂ ਲੱਗਦਾ ਜਿੱਦਾਂ ਹੁਣ ਇਹਨਾਂ ਨੇ ਸਭ ਕੁਝ ਮਿਕਸਅਪ ਕਰ ਦਿੱਤਾ, ਹੁਣ ਆਉਣੇ ਵਾਲੇ 50 ਸਾਲਾਂ ਨੂੰ ਕਿਸੇ ਧਰਮ 'ਚ ਕੋਈ ਫਰਕ ਨਹੀਂ ਰਹਿਣਾ। ਸਾਰੀਆਂ ਮਰਜ਼ਾਦਾ ਤਾਂ ਇਹਨਾਂ ਦੀਆਂ ਉਹੀ ਆ ਜੋ ਦੂਸਰੇ ਕਰਦੇ ਆ, ਤੇ ਫਿਰ ਫਰਕ ਹੀ ਰਹਿ ਗਿਆ। ਉੱਥੇ ਇੱਟਾਂ ਰਾਮ ਦੀ ਲਾ ਦੇਣ, ਚਾਹੇ ਉੱਥੇ ਇੱਟਾਂ ਬਾਦਲ ਲਿਖ ਕੇ ਲਾ ਦੇਣ, ਕੱਲ ਨੂੰ ਬਾਦਲ ਨੇ ਕਹਿਣਾ ਸਾਡਾ ਸੀਗਾ ਜੀ ਇਹ ਸਭ ਕੁਝ, ਹੁਣ ਵੀ ਕਹਿੰਦੇ ਸਾਡਾ ਆ। ਇਹ ਨਾ ਹੋਵੇ ਉਹ ਰਾਮ ਦੇ ਨਾਂ ਦੀਆਂ ਇੱਟਾਂ ਲਾ ਕੇ ਤਾਂ ਉੱਥੇ ਬਾਦਲ ਲਿਖ ਕੇ ਲਾ ਦੇਣ। ਮੈਨੂੰ ਇਹ ਵੀ ਡਰ ਵਾ ਜੀ। ਚਲੋ ਗਟਰ ਦੇ ਵਿੱਚ ਬਾਦਲ ਲਿਖ ਕੇ ਲਾ ਵੀ ਦੇਣ ਤਾਂ ਕੋਈ ਗੱਲ ਨਹੀਂ। ਧੰਨਵਾਦ ਜੀ। ਕਦੋਂ ਇਹ ਸਾਡਾ ਸਭ ਕੁਝ ਵਾ। ਬਿਲਕੁਲ ਜਿੱਦਾਂ ਹੁਣ ਕਹਿੰਦੇ ਡਰ ਤਾਂ ਇਸ ਚੀਜ਼ ਦਾ ਹੈ ਨਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਬਲਦੇਵ ਸਿੰਘ ਜੀ, ਗੱਲ ਬੜੀ ਵੱਡੀ ਕਹਿ ਦਿੱਤੀ ਹੈ ਜੀ ਉਹਨਾਂ ਨੇ। ਤੇ ਇੱਕ ਜਿਹੜੀ ਇਕੱਠ ਬਹੁਤ ਹੋ ਰਿਹਾ ਜੀ, ਜਿਹੜੀਆਂ ਮਾਝੇ ਦੇ ਤੇ ਇੱਕ ਮਾਲਵੇ ਦੇ ਵਿੱਚ ਰੈਲੀ ਹੋਈ ਹੈ ਸੁਖਬੀਰ ਬਾਦਲ ਦੀ, ਇੰਨੇ ਇਕੱਠ ਹੋ ਰਹੇ ਲੋਕਾਂ ਦੀ ਜ਼ਮੀਰ ਮਰ ਗਈ ਜੀ। ਆਟਾ ਦਾਲ ਸਕੀਮਾਂ ਨੇ ਤੇ ਫਰੀ ਦੀਆਂ ਯਾਤਰਾਵਾਂ ਨੇ ਸਾਡੇ ਬਹੁ ਗਿਣਤੀ ਸਮਾਜ ਦੀ ਹਾਲਤ ਸ਼ੇਰਾਂ ਤੋਂ ਭੇਡਾਂ ਦੀ ਬਣਾ ਦਿੱਤੀ ਹੈ ਜੀ। ਜਿਵੇਂ ਉਹ ਮੰਡੀ ਖੜਦੇ ਨੇ ਉਵੇਂ ਉਹ 2000 ਚ ਜ਼ਮੀਰ ਖਰੀਦ ਕੇ ਤੇ ਉਹ ਇਹਨਾਂ ਨੂੰ ਗੱਡੀਆਂ ਚ ਚੜ੍ਹ ਕੇ ਖੜਦੇ ਨੇ। ਇਹ ਗੱਲ ਜਿਹੜੀ ਸੀਗੀ ਦਾਸ ਨੇ ਅੱਜ ਤੋਂ ਪਹਿਲਾਂ ਵੀ ਕਹੀ ਸੀ, ਜਦੋਂ ਸਰਬੱਤ ਖਾਲਸਾ ਚੱਬੇ ਹੋਇਆ ਸੀ। ਤੇ ਥੋੜੇ ਕੁ ਦਿਨਾਂ ਬਾਅਦ ਬ੍ਰਹਮਪੁਰਾ ਜਿਹੜਾ ਸੀ ਰਣਜੀਤ ਸਿੰਘ ਅੱਜ ਕੱਲ੍ਹ ਉਹ ਪੰਥਕ ਬਣਿਆ ਫਿਰਦਾ ਹੈ, ਬਾਦਲਾਂ 'ਚ ਸਾਰੀ ਉਮਰ ਕੱਟੀ ਉਹਨੇ। ਉਹਦਾ ਮੁੰਡਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਇੱਥੇ ਇੱਕ MLA ਆ ਜੀ ਸਿੱਕੀ, ਉਹਨੇ ਆਪਣੇ MLA ਤੋਂ ਅਸਤੀਫਾ ਦੇ ਦਿੱਤਾ, ਉਹਦੀ ਸੀਟ ਖਾਲੀ ਹੋ ਗਈ। ਉਹਦੀ ਖਾਲੀ ਸੀਟ ਤੇ ਬ੍ਰਹਮਪੁਰੇ ਦਾ ਮੁੰਡਾ ਬਾਦਲਾਂ ਵੱਲੋਂ ਟਿਕਟ ਲੜਦਾ ਹੈ। ਔਰ ਪੰਥਕ ਇਲਾਕਾ ਅਖਵਾਉਣ ਵਾਲਾ ਤਰਨਤਾਰਨ ਏਰੀਆ ਜਿਹੜਾ ਸੀ 65,000 ਵੋਟਾਂ ਨਾਲ ਨੂੰ ਜਿਤਾਉਂਦਾ, ਜਦ ਕਿ ਥੋੜੇ ਦਿਨ ਪਹਿਲਾਂ ਸਰਬੱਤ ਖਾਲਸਾ ਹੁੰਦਾ ਹੈ। ਇਸ ਲਈ ਮਾਝੇ ਵਾਲੇ ਜਰਨੈਲ ਜਿਹੜੇ ਸੀਗੇ ਹੁਣ ਉਹ ਚਿੱਟਾ ਵੇਚਣ ਵਾਲੇ ਜਰਨੈਲ ਬਣ ਗਏ ਆ, ਤੇ ਜਿਹੜੇ ਜਰਨੈਲਾਂ ਦੇ ਵਾਰਸ ਸੀ ਉਹ ਭੇਡੂ ਬਣ ਗਏ। ਉਹਨਾਂ ਨੂੰ ਕੋਈ ਵੀ ਕੰਨੋਂ ਫੜੀ ਫਿਰਦਾ ਆ। ਮੰਨ ਲੈਂਦੇ ਆ ਕਿ ਹਾਲਾਤ ਬਹੁਤ ਨਾਜ਼ੁਕ ਨੇ, ਸਮਾਂ ਨਹੀਂ, ਸਾਧਨ ਨਹੀਂ, ਪੈਸੇ ਨਹੀਂ, ਬੰਦੇ ਨਹੀਂ, ਪਰ ਉਹਦੇ ਬਾਵਜੂਦ ਵੀ ਸਾਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦੇ ਆ, ਤਕੜੇ ਹੋ ਕੇ ਸਿੱਖ ਨੀਤੀ ਦੀ ਗੱਲ ਕਰਨੀ ਹੋਊ। ਬਿਲਕੁਲ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 8922 ਸਵਾਗਤ ਹੈ ਜੀ। ਚੰਦੀ ਸਾਹਿਬ, ਭਾਈ ਵਡਾਲਾ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ, ਸਤਿ ਸ੍ਰੀ ਅਕਾਲ। ਤੁਸੀਂ ਬਹੁਤ ਇਸ ਗੱਲ ਨੂੰ ਨੇ ਪਹਿਲਾਂ ਤੋਂ ਲੈ ਕੇ ਮਤਲਬ ਚੰਗੇ ਉਪਰਾਲੇ ਕਰ ਰਹੇ ਹੋ, ਤੁਹਾਡੀ ਸ਼ਲਾਘਾਯੋਗ ਹੈ। ਤਾਂ ਵਾਹਿਗੁਰੂ ਤੁਹਾਨੂੰ ਹੋਰ ਬਾਲੇ ਮਤ ਬਖਸ਼ੇ ਤੇ ਇਸੇ ਤਰ੍ਹਾਂ ਹੀ ਕਰਦੇ ਰਹੋਗੇ। ਕੋਈ ਤੇ ਸਿੱਧੀਆਂ ਸਿੱਧੀਆਂ ਸਾਜ਼ਤਾਂ ਨੇ। ਆਈਟਾਂ ਦੀ ਗੱਲ ਕਰਨ ਲੱਗਾ ਮੈਂ ਇੱਕ ਅੱਧੇ ਮਿੰਟ ਦੀ ਗੱਲ ਕਰ ਜਾਂਦਾ ਕਿ ਦੇਖੋ ਇੱਥੇ ਜ਼ਮੀਰਾਂ ਮਰਨ ਦੀ ਗੱਲ ਕੀਤੀ ਹੈ। ਜੇ ਹੁਣ ਜ਼ਮੀਰਾਂ ਜਿਉਂਦੀਆਂ ਹੋਣ ਤੇ ਆਹ ਜਿਹੜੇ ਹੁਣ ਦਿੱਲੀ ਤੋਂ ਇੱਥੇ ਆਣ ਕੇ ਰੈਲੀਆਂ ਕਰਨ ਡਏ ਨੇ, ਕੀ ਕਿਸਾਨਾਂ ਦੀ ਅੜ ਥੱਲੇ ਕਹੀ ਕਿਸਾਨਾਂ ਦੇ ਮਸੀਹੇ, ਇਹ ਰੈਲੀਆਂ ਦਿੱਲੀ ਨਹੀਂ ਹੋ ਸਕਦੀਆਂ। ਉਦੋਂ ਦੀਆਂ ਇਹਨਾਂ ਨੇ, ਚਾਹੇ ਉਹ ਬਾਦਲ ਹੋਣ, ਚਾਹੇ ਕੇਜਰੀਵਾਲ ਹੋਵੇ, ਚਾਹੇ ਕਾਂਗਰਸ ਹੋਵੇ, ਇਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਜੇ ਸਟੇਜ ਤੇ ਨਹੀਂ ਸੀ ਚੜਨ ਦਿੰਦੇ, ਇਹ ਰੈਲੀਆਂ ਵੱਖਰੇ ਤੌਰ ਤੇ ਉੱਥੇ ਨਾਰਾ ਮਾਰ ਕੇ ਨਹੀਂ ਕਹਿ ਸਕਦੇ ਅਸੀਂ ਕਿਸਾਨਾਂ ਦੇ ਨਾਲ ਆਪਣੇ ਝੰਡੇ ਛੱਡ ਕੇ। ਇਹ ਤਾਂ ਸਿੱਧਾ ਵੀ ਇਹ ਤੇ ਆਪਣੀ ਸਿਆਸਤ ਕਮਾਉਣ ਡਏ ਨੇ। ਇਹਨਾਂ ਨੂੰ ਹੋਰ ਕੋਈ ਕਿਸੇ ਗੱਲ ਨਾਲ, ਧਰਮ ਨਾਲ, ਕਿਸੇ ਦਾ ਹੋਰ ਕਿਸੇ ਚੀਜ਼ ਨਾਲ ਕੋਈ ਵਾਸਤਾ ਨਹੀਂ। ਦੂਜੀ ਗੱਲ ਜਿਹੜੀ ਇਸ ਤਰ੍ਹਾਂ ਦੀ ਗੱਲ ਚੱਲਦੀ ਪਈ ਹੈ, ਵੇਖੋ ਹੋਰ ਕੋਈ ਵੀ ਗੱਲ ਹੋਵੇ, ਸਾਡੇ ਧਰਮ ਦੀ, ਸਿੱਖ ਧਰਮ ਦੀ ਹੋਵੇ, ਮੁਸਲਮਾਨ ਧਰਮ ਦੀ ਹੋਵੇ, ਹਿੰਦੂ ਧਰਮ ਦੀ ਹੋਵੇ, ਕਿਸੇ ਦੀ ਹੋਵੇ, ਤੇ ਉਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਨਰਾਦਰੀ ਹੋਵੇ ਤੇ ਉਸੇ ਵੇਲੇ ਹੀ ਮਤਲਬ ਉਹ ਵਿਰੋਧ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ। ਕਿ ਹੁਣ ਇਹਦੇ ਉੱਤੇ ਜੇ ਰਾਮ ਦਾ ਨਾਂ ਲਿਖ ਕੇ
ਤੇ ਕਿਤੇ ਵੀ ਇੱਟਾਂ ਲਾਈਆਂ ਜਾਂਦੀਆਂ, ਦੱਬੀਆਂ ਜਾਂਦੀਆਂ, ਉੱਤੋਂ ਦੀ ਪੈਰ ਲੱਗਣਗੇ, ਕੁਝ ਵੀ ਹੋਵੇਗਾ ਤੇ ਕੀ ਗੱਲ ਇਹਦੇ ਵਿੱਚ ਹਿੰਦੂ ਸੰਸਥਾਵਾਂ ਜਿਹੜੀਆਂ ਹੋਰ ਗੱਲ ਤੇ ਝਟਪਟ ਬਾਹਰ ਆ ਜਾਂਦੀਆਂ, ਉਹਨਾਂ ਨੂੰ ਇਸ ਗੱਲ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਪਰ ਨਹੀਂ ਕਰਨਗੀਆਂ। ਕਿਉਂ ਨਹੀਂ ਕਰਨਗੀਆਂ? ਇਸੋਂ ਸਿੱਧਾ ਲੱਭ ਜਾਂਦਾ ਹੈ ਕਿ ਇਹਦੇ ਪਿੱਛੇ ਇੱਕ ਵੱਡਾ ਰਾਜ, ਜਿਹੜੀ ਗੱਲ ਭਾਈ ਸਾਹਿਬ ਕਰਦੇ ਪਏ ਨੇ, ਸਾਨੂੰ ਦੱਸਣ ਵਾਸਤੇ ਆਏ ਨੇ, ਜੇ ਅਸੀਂ ਉਹਦੇ ਲਈ ਸੁਣਦੇ ਪਏ ਹਾਂ ਨਾ, ਕਾਰਨ ਉਹੀ ਕਿ ਇਹਦੇ ਪਿੱਛੇ ਇੱਕ ਵੱਡਾ ਰਾਜ ਛੁਪਿਆ ਹੋਇਆ ਵੀ ਇਹ ਇਸ ਤਰ੍ਹਾਂ ਇੱਟਾਂ ਜਿਹੜੀਆਂ ਨੇ ਲਾ ਕੇ ਤੇ ਕੱਲ ਨੂੰ ਮੈਂ ਜਿੱਦਾਂ ਇੱਕ ਕਹਾਵਤ ਬਣੀ ਹੈ ਚੰਦੀ ਸਾਹਿਬ, ਉੱਥੇ ਤੇਰੀ ਇੱਟ ਲੱਗੀ ਹੈ, ਅਗਲੇ ਆਖਣਗੇ ਆਹ ਦੇਖ ਲਓ ਸਾਡੀ ਇੱਟ ਲੱਗੀ ਹੈ, ਲੱਗੀ ਹੈ ਨਾ ਸਬੂਤ। ਇਸ ਕਰਕੇ ਇਹਨੂੰ ਜ਼ਰੂਰ ਸਿੱਖ ਕੌਮ ਨੂੰ ਇਸ ਪਾਸੇ ਭਾਈ ਸਾਹਿਬ ਜਿਹੜੀ ਗੱਲ ਚੁੱਕੀ ਹੈ ਇਹਦੇ ਵੱਲ ਧਿਆਨ ਕਰਨਾ ਪਏਗਾ। ਨਾ ਧਿਆਨ ਕੀਤਾ ਤੇ ਬਸ ਫਿਰ ਆਉਣ ਵਾਲੇ ਸਮੇਂ ਜੋ ਇਹ ਬਾਬਰੀ ਮੰਦਿਰ ਜਾਂ ਹੋਰ ਕੁਝ ਹੁੰਦਾ ਪਿਆ, ਇਹੋ ਕੁਛ ਹੀ ਹੋਵੇਗਾ। ਸਿੱਖ ਕੌਮ ਨੂੰ ਜਾਗਣਾ ਪੈਣਾ। ਸਿੱਖ ਕੌਮ ਦੇ ਦੁਆਲੇ ਇਸ ਵੇਲੇ ਤੰਦਵਾ ਜਾਲ ਵਿਛਿਆ ਹੋਇਆ, ਇੱਕ ਪਾਸੇ ਨਹੀਂ, ਜਦੋਂ ਵੇਖਦੇ ਨਾ ਵੀ ਇੱਕ ਪਾਸੇ ਹੁਣ ਉਲਝਣ ਲੱਗੇ ਨੇ ਤੇ ਨਾਲ ਨੂੰ ਦੂਸਰਾ ਪਾਸਾ ਛੇੜ ਦਿੰਦੇ। ਹੁਣ ਵੇਖਿਆ ਕਿ ਕਿਸਾਨ ਜਿਹੜੇ ਨੇ ਸਿੱਖ ਰਲ ਕੇ ਤੇ ਐਡਾ ਵੱਡਾ ਇੱਕ ਜਿਹੜਾ ਅੰਦੋਲਨ ਕਰਦੇ ਪਏ ਤੇ ਵਿੱਚ ਨਾਲ ਹੀ ਇੱਧਰ ਕੋਈ ਨਾ ਕੋਈ ਹੋਰ ਛੇੜ ਜਾਂਦੇ ਨੇ, ਜਿਹਦੇ ਵਿੱਚ ਮੈਂ ਕਹਾਂਗਾ ਵੀ ਕੇਜਰੀਵਾਲ ਨੂੰ ਇੱਥੇ ਕੀ ਲੋੜ ਸੀ ਹੁਣ ਰੈਲੀ ਕਰਨ ਦੀ ਆਣ ਕੇ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਆਪਾਂ ਨੈਕਸਟ ਕਾਲ ਤੇ ਚੱਲਦੇ ਹਾਂ। ਹਾਂਜੀ 1294 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਲਦੇਵ ਸਿੰਘ ਬੜੀ ਵਧੀਆ ਇਨਫੋਰਮੇਸ਼ਨ ਦੇ ਰਹੇ ਹਨ। ਵੈਸੇ ਜੇ ਦੇਖਿਆ ਜਾਵੇ ਜਿਹੜੀ SGPC ਇੱਕ ਬਹੁਤ ਵਧੀਆ ਸੰਸਥਾ ਜੀ, ਉਹਦੇ ਕਾਗਜ਼ ਆਪਣੇ ਬੰਦੇ ਉਹਦੇ ਕਈ ਵਾਰੀ ਕਹਿੰਦੇ ਆ ਉੱਥੇ ਜੀ ਵੋਟਾਂ ਨਾਲ ਬਦਲਦੇ ਆ ਬੰਦੇ, ਉਹ ਬਦਲ ਦੋ, ਪਰ ਉਹ ਹੋਣਾ ਨਹੀਂ। ਉਹਦਾ ਕਾਰਨ ਹੈ ਕਿਉਂਕਿ ਉਹ ਪੂਰੀ ਫੁੱਲੀ ਬਲਦੇਵ ਸਿੰਘ ਨੂੰ ਜ਼ਿਆਦਾ ਪਤਾ ਹੋਊਗਾ, ਇੰਡੀਪੈਂਡੈਂਟ ਨਹੀਂ ਹੈ। ਉਹ ਡੋਰ ਸੈਂਟਰ ਦੇ ਕੋਲ ਆ ਜੀ, ਜਦੋਂ ਉਹਨਾਂ ਨੇ ਚਾਹਣਾ ਉਦੋਂ ਵੋਟਾਂ ਹੋਣੀਆਂ। ਦੂਜੀ ਗੱਲ, ਜੋ ਮਰਜ਼ੀ ਆਪਣੇ ਬੰਦੇ ਕਹੀ ਜਾਣ, ਜਦੋਂ ਉਹਨਾਂ ਨੇ ਉਹੋ ਜਿਹਾ ਮਾਹੌਲ ਕ੍ਰੀਏਟ ਕਰ ਦੇਣਾ, ਜਿਹੜੇ ਚੰਗੀ ਸੋਚ ਵਾਲੇ ਜਿਵੇਂ ਭਾਈ ਬਲਦੇਵ ਸਿੰਘ ਨਹੀਂ ਆ ਉਹ ਹੋਣਗੇ, ਉਹਨਾਂ ਨੂੰ ਇਹਨਾਂ ਨੇ ਬਦਨਾਮ ਕਰ ਦੇਣਾ ਕਿਸੇ ਵੀ ਤਰੀਕੇ ਨਾਲ ਕਰਨ। ਕਿਉਂਕਿ ਸੈਂਟਰ ਦੇ ਕੋਲ ਉਹਦੀ ਪਾਵਰ ਆ। ਇੰਡੀਪੈਂਡੈਂਟ SGPC ਹੈ ਨਹੀਂ, ਸੰਸਥਾ ਬਹੁਤ ਵਧੀਆ, ਬਹੁਤ ਸੋਹਣੇ ਉਹਨਾਂ ਬੰਦੇ ਪ੍ਰੋਗਰਾਮ, ਪਰ ਸਾਰਾ ਕੁਛ ਖਰਾਬ ਹੋ ਗਿਆ ਜੀ। ਦੂਜੀ ਗੱਲ, ਇੱਕ ਹੋਰ ਛੋਟਾ ਜਿਹਾ ਸਵਾਲ ਸੀਗਾ। ਇੱਕ ਪਿੱਛੇ ਜੇ ਕਈ ਸਾਲਾਂ ਦੀ ਗੱਲ ਆ ਸੁਣਦੇ ਸੀ, ਆਪਣੇ ਜੀ ਸੋਮਨਾਥ ਮੰਦਿਰ ਦੇ ਦਰਬਾਰ ਸਾਹਿਬ ਲੱਗੇ ਸੀ ਡਿਊਟੀ 'ਚ, ਉਹ ਰਿਪੇਅਰ ਕਰਨ ਵਾਸਤੇ ਲੈ ਗਏ ਸੀ। ਉਹ ਮੁੜ ਕੇ ਉਹਨਾਂ ਦੀ ਗੱਲਬਾਤ ਨਹੀਂ ਆਈ ਜੀ, ਖਬਰਦਾਰ ਨਹੀਂ ਆਈ। ਇਹ ਦੱਸਿਓ। ਇੱਕ ਦੂਜੀ ਗੱਲ ਆ ਜੀ, ਜਿਹੜੇ ਆਪਾਂ ਹੁਣ ਕਈ ਬੰਦੇ ਗੁੱਸਾ ਕਰਨਗੇ, ਜਿਹੜੀ ਆਮ ਆਦਮੀ ਪਾਰਟੀ ਆ, ਕੇਜਰੀਵਾਲ ਨਹੀਂ ਆ, ਇਹ 100% BJP ਦੀ ਇੱਕ ਬੀ ਟੀਮ ਹੈ ਜੀ। ਇਹ ਪੂਰੇ ਤਿਆਰ ਹੋ ਰਹੇ ਆ ਜੀ। ਇਹ ਬਿਲਕੁਲ ਵੀ ਆਪਣੇ ਬੰਦਿਆਂ ਨੂੰ ਇਹਨਾਂ ਦੇ ਉਹ 'ਚ ਨਹੀਂ ਆਉਣਾ ਚਾਹੀਦਾ ਵੀ ਇੰਨੇ ਕੰਮ ਦਿੱਲੀ ਵਧੀਆ ਕਰ ਰਹੇ। ਜਿਹੜੀ ਪਾਰਟੀ ਉਹਨੂੰ ਚੁੱਕਣੀ ਹੁੰਦੀ ਆ, ਉਹ ਕੰਮ ਕਰਵਾਉਂਦੇ ਹੁੰਦੇ ਆ। ਜੇ ਉਹ ਕੁਝ ਕਰਨਗੇ ਨਹੀਂ ਪਤਾ ਪਹਿਲੇ ਬਦਨਾਮ ਹੋ ਜਾਣਗੇ। ਉਹ ਬਿਲਕੁਲ ਜੀ ਬਿਲਕੁਲ ਪੰਜਾਬ ਨੂੰ ਐਕਸੈਪਟ ਨਹੀਂ ਕਰਨੀ ਚਾਹੀਦੀ। ਇਹਦਾ ਜਿਹੜੇ ਵੀ ਇੱਕ ਦੋ ਉਹਦੇ MP MLA ਹੈਗੇ, ਉਹਨਾਂ ਦਾ ਸਾਰਾ ਸਹਾਇਤਾ ਕਰਨਾ ਚਾਹੀਦਾ। ਕੋਈ ਹੋਰ ਆਪਣੀ ਇੰਡੀਪੈਂਡੈਂਟ ਜਿਹੜੀ ਪੰਜਾਬ ਦੇ ਅੰਡਰ ਹੋਵੇ ਉਹ ਪਾਰਟੀ ਕਰਾਉਣ, ਫਿਰ ਉਹਨੇ ਦਿੱਲੀ ਤੋਂ ਇਸ਼ਾਰੇ ਕਰਾਉਣੇ ਆ। ਬਿਲਕੁਲ ਗਲਤ ਹੈ ਜੀ। ਆਹ ਦੋ ਸਵਾਲਾਂ ਦਾ ਜਵਾਬ ਦੱਸਣ ਜੀ, ਇੰਡੀਪੈਂਡੈਂਟ ਹੈ ਨਹੀਂ SGPC, ਇਹਦੇ ਬਾਰੇ ਕਲੀਅਰ ਗੱਲ ਕਰਨ। ਤੇ ਬਾਕੀ ਉਹ ਜਿਹੜੇ ਮੰਦਿਰ ਦੇ ਦਰਵਾਜ਼ੇ ਸੀ ਉਹਨਾਂ ਬਾਰੇ। ਥੈਂਕ ਯੂ ਜੀ। ਬਿਲਕੁਲ ਜੀ ਭਾਈ ਵਡਾਲਾ ਸਾਹਿਬ, ਆਪਣੇ ਕੋਲ 3-4 ਮਿੰਟ ਹੀ ਹੈ ਜੀ ਤੇ ਸਮਾਂ ਸਮਾਪਤ ਹੋ ਜਾਣਾ ਜੀ। ਕੀ ਕਹਿਣਾ ਚਾਹੋਗੇ ਤੁਸੀਂ? ਵੇਖੋ ਜੀ, ਜਿਹੜੀ ਬਿਮਾਰੀ ਦੀ ਗੱਲ ਉਹਨਾਂ ਦੱਸੀ, ਉਹ ਤਾਂ ਫਿਰ ਬੇਨਤੀ ਕਰਾਂ ਵੀ ਇੰਡੀਪੈਂਡੈਂਟ ਹੋਣ ਲਈ ਚੱਲੇ ਹੋਏ ਆ ਕਿ ਦਖਲ ਅੰਦਾਜ਼ੀ ਸਿਆਸੀ ਬੰਦ ਕਰਨੀ ਗੁਰਦੁਆਰਿਆਂ ਚੋਂ। ਰਸਤਾ ਇਲੈਕਸ਼ਨ ਵਾਲਾ ਹੀ ਹੈ, ਕਰਨਾ ਪੈਣਾ ਆ, ਕੋਈ ਗੱਲ ਨਹੀਂ, ਕਰਾਂਗੇ। ਔਰ ਦੂਸਰੀ ਗੱਲ, ਜਿੱਥੋਂ ਤੱਕ ਦਰਵਾਜ਼ਿਆਂ ਦਾ ਸਵਾਲ ਹੈ, ਬਾਬਾ ਭੂਰੀ ਵਾਲਾ ਤੇ ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲ ਕੇ ਕਾਰ ਸੇਵਾ ਦੇ ਨਾਮ ਹੇਠ ਬੜਾ ਵੱਡਾ ਨੁਕਸਾਨ ਪਹਿਲਾਂ ਵੀ ਹੋ ਚੁੱਕਾ ਹੈ। ਔਰ ਇਹ ਦਰਵਾਜ਼ੇ ਸੋਮਨਾਥ ਮੰਦਿਰ ਦੇ ਨਹੀਂ ਆ, ਇਹ ਦਰਵਾਜ਼ੇ ਸਾਡੀਆਂ ਸਿੱਖ ਮਿਸਲਾਂ ਦੇ ਬਣਾਏ ਹੋਏ ਆ। ਕਿਉਂਕਿ ਉਹ ਡਿਊੜੀਆਂ ਮੇਲ ਹੀ ਨਹੀਂ ਖਾਂਦੀਆਂ ਜੀ। ਅਸੀਂ ਚੋਰੀ ਦੇ ਦਰਵਾਜ਼ੇ ਅਸੀਂ ਕਿਉਂ ਲਾਵਾਂਗੇ ਅਸੀਂ ਕਿਸੇ ਦੇ। ਤੇ ਉਦੋਂ ਬਾਅਦ ਦੀ ਗੱਲ, ਇਹ ਦਰਵਾਜ਼ਿਆਂ ਨੂੰ ਸਿੱਖਾਂ ਦੀ 12 ਮਿਸਲਾਂ ਦੀ ਯਾਦ ਭੁਲਾਉਣ ਵਾਸਤੇ, ਸਿੱਖ ਰਾਜ ਦੀਆਂ ਨਿਸ਼ਾਨੀਆਂ ਨੂੰ ਖਤਮ ਕਰਨ ਲਈ ਵਿਦ ਪਲੈਂਡ ਪਹਿਲਾਂ ਦਰਵਾਜ਼ੇ ਜਾਣ ਬੁੱਝ ਕੇ ਉਹਨਾਂ ਦੀਆਂ ਜਿਹੜੀਆਂ ਪੁਰਾਣੇ ਨੇ, ਇਹਨਾਂ ਨੂੰ ਨਾ ਥੱਲੇ ਚੂਟੀਆਂ ਲੱਗੀਆਂ ਹੋਈਆਂ ਨੇ, ਉਹ ਗਾਲੀਆਂ ਗਈਆਂ। ਗਲਣ ਤੋਂ ਬਾਅਦ ਉਹਨਾਂ ਨੂੰ ਲਾਇਆ ਗਿਆ। 8 ਸਾਲ ਭੂਰੀ ਵਾਲਿਆਂ ਨੇ ਗਰਾਈ ਖਾਧੀ, ਮਗਰੋਂ 3 ਮਹੀਨਿਆਂ 'ਚ ਉਹਨਾਂ ਨੇ ਨਵੇਂ ਫਿੱਟ ਕਰ ਦਿੱਤੇ ਲਿਆ ਕੇ। ਹਾਥੀ ਦਾ ਦੰਦ ਵੀ ਵੇਚ ਕੇ ਖਾ ਗਏ। ਉਹ ਹੁਣ ਸਾਡੇ ਡਰ ਕਰਕੇ ਉੱਥੇ ਇਹਨਾਂ ਨੇ ਰੱਖੇ ਹੋਏ ਆ ਜੀ। ਅਸੀਂ ਇਹਦਾ ਰੌਲਾ ਪਾਤਾ ਸੀਗਾ ਵੀ ਇਹਨਾਂ ਵੇਚ ਦੇਣੇ ਆ। ਉਹ ਪੁਰਾਤਨ ਦਰਵਾਜ਼ੇ ਜਿਹੜੇ ਸੀ ਹੁਣ ਇਹਨਾਂ ਨੇ ਸਾਹਮਣੇ ਰੱਖੇ ਹੋਏ ਆ। ਇਹ ਲੱਗੇ ਸੀ ਚੁੱਕਣ, ਪਰ ਅਸੀਂ ਪੂਰਾ ਉਹਦਾ ਧਿਆਨ ਰੱਖਦੇ ਹਾਂ ਜੀ। ਪਰ ਉਹ ਸਦੀਵੀ ਹੱਲ ਇਹ ਨਹੀਂ ਆ। ਸਦੀਵੀ ਹੱਲ ਇਹੀ ਹੈ
ਕਿ ਜੇ ਬਾਕੀ ਕੁਝ ਬਚਾਉਣਾ ਹੈ ਇਹਨਾਂ ਬਾਦਲ ਕਿਆਂ ਤੋਂ ਆਓ ਗੁਰਦੁਆਰੇ ਧਾਮ ਆਜ਼ਾਦ ਕਰਾਈਏ। ਬਿਲਕੁਲ ਜੀ, ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹਦੇ ਨਾਲ ਇੱਕ ਲਹਿਰ ਖੜੀ ਹੋ ਸਕੇ ਜੀ? ਲਹਿਰ ਏਦਾਂ ਖੜੀ ਹੋਏਗੀ ਜੀ, ਸਿੱਖ ਸਦਭਾਵਨਾ ਦਲ ਵੱਲੋਂ ਆਵਾਜ਼ ਦਿੰਦਾ ਆ ਕਿ ਆਓ, ਇੱਕ ਤਾਂ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵੱਲੋਂ ਵੀ ਜਿਹੜਾ ਪੰਥਕ ਹੋਕੇ ਦੀ ਗੱਲ 328 ਸਰੂਪਾਂ ਦੀ ਆ ਉਹ ਵੱਧ ਤੋਂ ਵੱਧ ਸੰਗਤਾਂ ਵਿੱਚ ਪ੍ਰਚਾਰੀ ਜਾਵੇ। ਨੰਬਰ 2, ਦਿੱਲੀ 'ਚ ਗੁਰਦੁਆਰੇ ਦੀਆਂ ਚੋਣਾਂ ਆ ਗਈਆਂ। ਇੱਕ ਬੰਨੇ ਮੇਰੇ ਸਾਹਮਣੇ ਸਿਆਸੀ ਪਾਰਟੀਆਂ ਨੇ 5 ਤੇ ਇੱਕ ਬੰਨੇ ਸਿੱਖ ਸਦਭਾਵਨਾ ਦਲ ਧਾਰਮਿਕ ਤੌਰ ਤੇ ਇਕੱਲਾ ਹੀ ਖੜਾ ਹੈ। ਦਿੱਲੀ ਵਿੱਚ ਤੁਸੀਂ ਸਾਡਾ ਕਿੰਨਾ ਪ੍ਰਚਾਰ ਕਰ ਸਕਦੇ ਹੋ, ਕਿੰਨੀਆਂ ਵੋਟਾਂ ਪਵਾ ਸਕਦੇ ਹੋ, ਕਿੰਨੀਆਂ ਸੰਗਤਾਂ ਨੂੰ ਸੁਚੇਤ ਕਰ ਸਕਦੇ ਹੋ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਕਿਉਂਕਿ ਮੇਰਾ ਕੰਮ ਸੀ ਖੜਨਾ, ਅਰਦਾਸ ਕਰਨੀ, ਔਰ ਜਿੰਨਾ ਚਿਰ ਜਿਉਣਾ ਹੈ ਗੁਰੂ ਪੰਥ ਦੀ ਗੁਲਾਮੀ ਕਰਨੀ ਕਰਾਂਗਾ। ਧੰਨਵਾਦ ਜੀ, ਬਹੁਤ ਬਹੁਤ ਭਾਈ ਸਾਹਿਬ, ਤੁਸੀਂ ਇੰਨੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ, ਸਾਡੇ ਨਾਲ ਜੁੜੇ ਹੋ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਬਲਦੇਵ ਸਿੰਘ ਜੀ ਵਡਾਲਾ, ਆਪਣੇ ਨਾਲ ਜੁੜੇ ਸੀ ਜੀ ਪੰਜਾਬ ਭਾਰਤ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦੇ ਰਹੇ ਜੀ ਪੰਕਜ ਸਪਰਾ ਹੁਣੀ। ਤੁਸੀਂ ਘਰ ਖਰੀਦਣਾ, ਵੇਚਣਾ ਤੇ ਕਾਲ ਕਰ ਸਕਦੇ ਹੋ ਇਹਨਾਂ ਨੂੰ। ਬਰੈਂਪਟਨ ਦੇ ਵਿੱਚ ਜਿਹੜੀ ਲਿਸਟਿੰਗ ਚਾਹੀਦੀ ਹੈ ਜੀ, ਇਹਨਾਂ ਦੇ ਕੋਲ ਬਾਇਰ ਜਿਹੜਾ ਇਸ ਟਾਈਮ ਰੈਡੀ ਆ, ਤੇ ਤੁਸੀਂ ਕਾਲ ਕਰ ਸਕਦੇ ਹੋ 416 722 2325 ਤੇ। IPTV ਬਾਕਸ ਲਾਉਣਾ ਜੀ ਮੋਟਰੀਅਲ ਦੇ ਵਿੱਚ 514 566 0055 ਤੇ। ਤਾਜ਼ਾ ਸਵਾਦਲਾ ਖਾਣਾ ਖਾਣਾ ਜੀ ਬਾਬਾ ਢਾਬਾ 255 ਰਦਰਫੋਰਡ ਰੋਡ ਸਾਊਥ ਬਰੈਂਪਟਨ 905 499 43 14 ਤੇ। ਜੌਬ ਦੀ ਭਾਲ ਵਿੱਚ ਨਵੇਂ ਆਏ ਹਜ਼ਾਰਾਂ ਦੇ ਹਿਸਾਬ ਦੇ ਨਾਲ ਜੌਬਾਂ ਜੀ ਜੌਬ ਇਨ GTA 416 213 0092 ਤੇ। ਅਥਾਰਟੀਆਂ ਲੈਣੀਆਂ CVOR IFTA US ਡਰੱਗ ਟੈਸਟ ਵੀ ਕਰਾਉਣਾ ਜੀ, ਤੇ G&G ਟਰੈਕਿੰਗ ਸੋਲੂਸ਼ਨ 905 461 2525 ਤਨਵੀਰ ਢੱਡਾ ਉਹਨਾਂ ਨੂੰ ਕਾਲ ਕਰ ਲਓ। ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ, ਬੰਪਰ ਪੇਂਟ ਕਰਾਉਣਾ ਚਾਹੁੰਦੇ ਹੋ, ਕਾਰ ਪੇਂਟ ਕਰਾਉਣਾ ਚਾਹੁੰਦੇ ਹੋ, ਗਰਮੀ ਆ ਗਿਆ, ਰਿਮ ਪੇਂਟ ਕਰਾਉਣਾ ਚਾਹੁੰਦੇ ਹੋ ਜੀ, 14 ਹਿਲ ਰੋਡ ਬਰੈਂਪਟਨ ਪਹੁੰਚਣਾ ਜੀ, ਪੀਲ ਆਟੋ ਕਲੀਜਨ ਤੇ 905 459 1300 ਤੇ ਦਰਬਾਰਾ ਸਿੰਘ ਉਹਨਾਂ ਨੂੰ ਕਾਲ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਜੇ ਤੁਸੀਂ ਜਿਹੜੀ ਰੀਅਲ ਸਟੇਟ ਦਾ ਲਾਇਸੈਂਸ ਹੈਗਾ, ਤੁਸੀਂ ਗੈਸ ਸਟੇਸ਼ਨ ਕਮਰਸ਼ੀਅਲ ਬਿਲਡਿੰਗ ਲੈਣੀ ਚਾਹੁੰਦੇ ਹੋ, ਹਰਪਾਲ ਭੱਲਾ ਉਹਨਾਂ ਨੂੰ ਕਾਲ ਕਰ ਸਕਦੇ ਹੋ 416 560 2400 ਤੇ। ਤੇ ਨਾਲ ਹੀ ਜੇ ਤੁਸੀਂ ਟਰੱਕਾਂ ਦੇ ਟਾਇਰ ਪਾਉਣੇ ਹੋ, ਕਾਰਾਂ ਦੇ ਟਾਇਰ ਪਾਉਣੇ, ਟ੍ਰੇਲਾਂ ਦੇ 25 ਕਲਾਰਕ ਬੁੱਲੇਵਾਲ ਤੇ ਪਹੁੰਚਣਾ ਜੀ, ਨਿਊ ਮਿਲੇਨੀਅਮ ਟਾਇਰ ਸੈਂਟਰ 905 452 0111। ਤੁਹਾਡੇ ਕੋਲ ਪਾਰਕ ਆਪਣਾ ਲਾਟ ਪਿਆ ਜੀ, ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ, ਤੁਹਾਡੇ ਕੋਲ ਫਾਰਮ ਹੈਗਾ ਜੀ, ਉੱਥੇ ਘਰ ਬਣਾਉਣਾ ਚਾਹੁੰਦੇ ਹੋ ਤੇ sarvalobuilder.com ਤੇ ਕੁਲਵਿੰਦਰ ਪੱਤਲ ਹੋਣੀ 15 ਸਾਲ ਦਾ ਐਕਸਪੀਰੀਅੰਸ ਆ ਜੀ। 416 841 0478। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ, ਡਿਲਾਈਟ ਇਮੀਗ੍ਰੇਸ਼ਨ ਨਵਜੋਤ ਗਿੱਲ ਉਹਨਾਂ ਨੂੰ ਕਾਲ ਕਰ ਲਓ 647 864 3719 ਤੇ। ਜੌਬ ਦੀ ਭਾਲ ਵਿੱਚ ਹੋ ਤਾਂ ਸੇਫਐਕਸ ਟਰਾਂਸਪੋਰਟ ਆ ਜੀ, ਮੌਂਟਰੀਅਲ ਤੇ ਬੋਲਟਨ ਦੇ ਵਿੱਚ 2 ਟਰਮੀਨਲ ਆ। ਰਮਿੰਦਰਦੀਪ ਜਾਂ ਅਮਨਦੀਪ ਉਹਨਾਂ ਨੂੰ ਕਾਲ ਕਰ ਸਕਦੇ ਹੋ 514 625 0025 514 887 0025 ਤੇ ਕਾਲ ਕੀਤੀ ਜਾ ਸਕਦੀ ਆ। ਤੁਸੀਂ ਟਾਈਲਾਂ ਲੈਣੀਆਂ ਜੀ, ਬਹੁਤ ਡਾਲਰ ਦੀ ਟਾਇਲ ਆਈ ਹੈ, GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਨੇ 905 792 0036 ਤੇ ਕਾਲ ਕਰ ਸਕਦੇ ਹੋ। 241 ਕਲੀਜਨ ਸਟਰੀਟ ਬਰੈਂਪਟਨ ਪਹੁੰਚਣਾ ਜੀ। ਸੋਫਾ ਖਰੀਦਣਾ ਤਾਂ ਸੋਫਾ ਸਟੂਡੀਓ ਤੋਂ ਸ਼ਗਨਦੀਪ ਉਹਨਾਂ ਨੂੰ ਕਾਲ ਕਰ ਲਓ 905 799 8877। ਆਪਣੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ ਇੱਥੇ। ਤੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਤੇ ਕੋਈ ਬਿਜ਼ਨਸ ਨੂੰ ਪ੍ਰਮੋਟ ਕਰਨਾ, ਕਾਲ ਕਰ ਸਕਦੇ ਹੋ 514 916 9593 ਤੇ 514 916 9593। ਸੰਦੀਪ ਭੱਟੀ ਜੀ ਹੁਣੀ ਸਟੂਡੀਓ 'ਚ ਪਹੁੰਚ ਚੁੱਕੇ ਆ। ਦਿਓ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ